साथ प्रोग्राम ਦਾ ਤੁਸੀਂ ਆਨੰਦ ਮਾਣਦੇ ਪਏ ਹੋ ਤੇ ਆਪਾਂ ਪ੍ਰੋਗਰਾਮ ਦੇ ਵਿੱਚ ਸ਼ਬਦ ਤੋਂ ਪਹਿਲਾਂ ਗੱਲਬਾਤ ਕਰ ਰਹੇ ਸੀ। ਅੱਜ ਮਹਿਮਾਨ ਵੀ ਪ੍ਰੋਗਰਾਮ ਰੇਡੀਓ ਸਾਧ ਦੇ ਵਿੱਚ ਸਾਡੇ ਨਾਲ ਮੌਜੂਦ ਨੇ ਤੇ ਕੁਝ ਚਰਚਾਵਾਂ ਉਹਨਾਂ ਦੇ ਨਾਲ ਕਰਾਂਗੇ। ਥੋੜਾ ਉਹਨਾਂ ਦਾ ਪਰਿਚੈ ਕਰਾ ਦਈਏ ਕਿ ਡਾਕਟਰ ਗਗਨਦੀਪ ਕੌਰ ਸਾਡੇ ਨਾਲ ਮੌਜੂਦ ਨੇ, ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਕਾਮਰਸ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾ ਅਥਾਰਟੀ ਜਲੰਧਰ ਤੋਂ ਸਾਡੇ ਨਾਲ ਮੌਜੂਦ ਨੇ। ਜਿਸ ਵੀ ਕਿਸੇ ਲੋੜਵੰਦ ਨੂੰ ਕਈ ਵਾਰ ਬਹੁਤ ਸਾਰੀਆਂ ਸਮੱਸਿਆਵਾਂ ਆ ਜਾਂਦੀਆਂ ਜ਼ਿੰਦਗੀ ਦੇ ਵਿੱਚ, ਬਹੁਤ ਸਾਰੇ ਝਗੜੇ ਝਮੇਲੇ ਹੋ ਜਾਂਦੇ ਨੇ ਜਿਸ ਦੇ ਮਾਰਵਤ ਸੁਣਵਾਈ ਨਹੀਂ ਹੁੰਦੀ, ਕਈ ਵਾਰ ਗੱਲ ਸੁਣੀ ਨਹੀਂ ਜਾਂਦੀ ਜਾਂ ਗੱਲ ਅੱਗੇ ਤੱਕ ਪਹੁੰਚਦੀ ਨਹੀਂ ਤੇ ਉਸ ਦੇ ਲਈ ਸਾਨੂੰ ਜ਼ਰੂਰਤ ਪੈਂਦੀ ਹੈ ਕਾਨੂੰਨ ਦੀ। ਤਾਂ ਕਾਨੂੰਨ ਦੇ ਲਈ ਸਾਨੂੰ ਵਕੀਲ ਦੀ ਜ਼ਰੂਰਤ ਪੈਂਦੀ ਹੈ ਤੇ ਵਕੀਲ ਦੀਆਂ ਫੀਸਾਂ ਕਾਫੀ ਮਹਿੰਗੀਆਂ ਹੋ ਜਾਂਦੀਆਂ। ਕਈ ਵਾਰ ਕੋਈ ਜ਼ਰੂਰਤਮੰਦ ਐਸਾ ਹੁੰਦਾ ਜਿਸ ਦੇ ਕੋਲ ਇੰਨਾ ਪੈਸਾ ਜਾਂ ਨਹੀਂ ਹੁੰਦਾ ਕਿਉਂਕਿ ਪਹਿਲਾਂ ਹੀ ਉਹ ਪਰੇਸ਼ਾਨ ਹੁੰਦਾ, ਉਸ ਤੋਂ ਬਾਅਦ ਵਕੀਲ ਨੂੰ ਦੇਣ ਲਈ ਇੰਨੇ ਪੈਸੇ ਨਹੀਂ ਹੁੰਦੇ। ਤਾਂ ਉਸ ਅਜਿਹੇ ਸ਼ਖਸ ਦੀ ਕੋਈ ਵੀ ਇਨਸਾਨ ਆ ਉਸ ਦੀ ਮਦਦ ਦੇ ਲਈ ਭੈਣ ਜੀ ਡਾਕਟਰ ਗਗਨਦੀਪ ਕੌਰ ਮਦਦ ਕਰਦੇ ਨੇ। ਵਕੀਲ ਉਹਨਾਂ ਨੂੰ ਫ੍ਰੀ ਦੇ ਵਿੱਚ ਮੁਹੱਈਆ ਕਰਵਾਉਂਦੇ ਨੇ। ਜ਼ਿਆਦਾ ਡਿਟੇਲ ਦੇ ਵਿੱਚ ਉਹਨਾਂ ਕੋਲ ਹੀ ਜਾਣਾਂਗੇ। ਸਭ ਤੋਂ ਪਹਿਲਾਂ ਤੇ ਉਹਨਾਂ ਦਾ ਜੀ ਆਇਆਂ ਨੂੰ ਕਰਨੇ। ਭੈਣ ਜੀ ਬਹੁਤ ਬਹੁਤ ਜੀ ਆਇਆਂ ਨੂੰ ਜੀ ਪ੍ਰੋਗਰਾਮ ਦੇ ਵਿੱਚ। ਸਭ ਤੋਂ ਪਹਿਲਾਂ ਤੇ ਜਾਣਨਾ ਚਾਹਾਂਗੇ ਜੋ ਤੁਸੀਂ ਆਪਾਂ ਗੱਲ ਕਰ ਰਹੇ ਸੀ ਕਿ ਸਮੱਸਿਆਵਾਂ ਜਿਸ ਤਰੀਕੇ ਦੀਆਂ ਜ਼ਿੰਦਗੀ ਦੇ ਵਿੱਚ ਆ ਜਾਂਦੀਆਂ ਨੇ, ਬਹੁਤ ਸਾਰੀਆਂ ਐਸੀਆਂ ਵੀ ਹੋ ਜਾਂਦੀਆਂ ਜਿਸ ਦੇ ਵਿੱਚ ਕਈ ਵਾਰ ਪਿੰਡ ਦੇ ਵਿੱਚ ਮਸਲੇ ਨਹੀਂ ਹੋ ਪਾਉਂਦੇ ਤੇ ਕਾਨੂੰਨ ਦੀ ਸਹਾਇਤਾ ਲੈਣੀ ਪੈਂਦੀ ਹੈ। ਅਜਿਹੀ ਹਾਲਤ ਦੇ ਵਿੱਚ ਕੀ ਮਦਦ ਕੀਤੀ ਜਾ ਸਕਦੀ ਹੈ ਜਦੋਂ ਕੋਈ ਇਸ ਤਰ੍ਹਾਂ ਦੀ ਸਮੱਸਿਆਵਾਂ ਆਉਂਦੀ ਹੈ? ਦੇਖੋ ਜਦੋਂ ਪਹਿਲਾਂ ਹੁੰਦਾ ਸੀ ਜਿਵੇਂ ਪਿੰਡਾਂ ਦੇ ਵਿੱਚ ਸਰਪੰਚ ਜਿਹੜੇ ਸੀਗੇ ਉਹ ਕੋਈ ਵੀ ਪਿੰਡ ਦੇ ਵਿੱਚ ਡਿਸਪਿਊਟ ਹੁੰਦਾ ਸੀ ਤਾਂ ਦੋਨੋਂ ਪਾਰਟੀਆਂ ਸਰਪੰਚ ਕੋਲੇ ਜਾਂਦੀਆਂ ਸੀ, ਹੁਣ ਵੀ ਜਾਂਦੀਆਂ ਨੇ। ਤੇ ਜੇ ਤਾਂ ਉਹ ਪਿੰਡ ਦੇ ਲੈਵਲ ਤੇ ਝਗੜਾ ਖਤਮ ਹੋ ਜਾਂਦਾ ਤਾਂ ਫਿਰ ਠੀਕ ਹੈ। ਤੇ ਜਦੋਂ ਪਾਰਟੀਆਂ ਦਾ ਪਿੰਡ ਦੇ ਲੈਵਲ ਤੇ ਸਰਪੰਚ ਤੋਂ ਝਗੜਾ ਨਹੀਂ ਖਤਮ ਹੁੰਦਾ ਤਾਂ ਫਿਰ ਉਹਨਾਂ ਨੂੰ ਕਚਹਿਰੀ 'ਚ ਜਾਣਾ ਪੈਂਦਾ, ਕੋਰਟ ਦੇ ਵਿੱਚ ਉਹਨਾਂ ਨੂੰ ਕੇਸ ਕਰਨਾ ਪੈਂਦਾ। ਤੇ ਜਿਵੇਂ ਤੁਸੀਂ ਦੱਸਿਆ ਕਿ ਜਦੋਂ ਵੀ ਕੋਈ ਕੇਸ ਕਰਨਾ ਹੁੰਦਾ ਤਾਂ ਵਕੀਲ ਸਾਹਿਬ ਨੇ ਆਪਣੀ ਫੀਸ ਲੈਣੀ ਹੀ ਲੈਣੀ ਹੁੰਦੀ ਹੈ। ਪਰ ਕਈ ਆਪਣੇ ਸਮਾਜ ਦੇ ਵਿੱਚ ਇਦਾਂ ਦੇ ਬੰਦੇ ਹੈਗੇ ਨੇ ਜਿਹੜੇ ਫੀਸ ਨਹੀਂ ਦੇ ਪਾਉਂਦੇ ਤੇ ਇਦਾਂ ਦੇ ਬੰਦਿਆਂ ਦੀ ਹੈਲਪ ਕਰਨ ਦੇ ਲਈ ਡਿਸਟ੍ਰਿਕਟ ਲੀਗਲ ਸਰਵਿਸ ਅਥਾਰਟੀ ਜਿਹੜੀ ਹੈ ਉਹ ਅੱਗੇ ਆਉਂਦੀ ਹੈ। ਕਾਨੂੰਨ ਦੇ ਵਿੱਚ ਇਹ ਪ੍ਰੋਵਾਈਡਡ ਹੈ ਕਿ ਹਰ ਬੰਦਾ ਕਾਨੂੰਨ ਦੀਆਂ ਨਜ਼ਰਾਂ ਦੇ ਵਿੱਚ ਬਰਾਬਰ ਹੈ। ਪਰ ਆਪਾਂ ਸਮਾਜ ਦੇ ਵਿੱਚ ਦੇਖਦੇ ਹਾਂ ਕਿ ਇਕੁਐਲਿਟੀ ਨਹੀਂ ਹੈ। ਪਰ ਫਿਰ ਵੀ ਕਾਨੂੰਨ ਕੋਸ਼ਿਸ਼ ਕਰਦਾ, ਆਪਣੀਆਂ ਸਰਕਾਰਾਂ ਹੀ ਕੋਸ਼ਿਸ਼ ਕਰਦੀਆਂ ਨੇ ਕਿ ਜਿਹੜੇ ਦੱਬੇ ਕੁਚਲੇ ਲੋਕ ਹੈਗੇ ਨੇ ਉਹਨਾਂ ਦੀ ਆਪਾਂ ਹੈਲਪ ਕਰੀਏ। ਤਾਂ ਹੁਣ ਕੁਝ ਕੈਟਾਗਰੀਜ਼ ਇਦਾਂ ਦੇ ਬੰਦੇ ਹੈਗੇ ਨੇ ਜਿਨ੍ਹਾਂ ਨੂੰ ਅਸੀਂ ਫ੍ਰੀ ਦੇ ਵਿੱਚ ਵਕੀਲ ਦਿੰਦੇ ਆ। ਮਤਲਬ ਵਕੀਲ ਦੀ ਜਿਹੜੀ ਸਾਰੀ ਫੀਸ ਹੈ ਉਹ ਡਿਸਟ੍ਰਿਕਟ ਲੀਗਲ ਸਰਵਿਸ ਅਥਾਰਟੀ ਵੱਲੋਂ ਦਿੱਤੀ ਜਾਂਦੀ ਹੈ। ਇਹਨਾਂ ਕੈਟਾਗਰੀਜ਼ ਦੇ ਵਿੱਚ ਸਭ ਤੋਂ ਪਹਿਲਾਂ ਕਿਸੇ ਵੀ ਲੇਡੀ ਨੇ ਕੋਈ ਕੇਸ ਕਰਨਾ ਹੈ, ਕਿਸੇ ਵੀ ਔਰਤ ਨੇ ਕੇਸ ਕਰਨਾ ਹੈ ਜਾਂ ਕਿਸੇ ਔਰਤ ਤੇ ਕਿਸੇ ਨੇ ਕੇਸ ਕੀਤਾ ਤਾਂ ਉਹ ਫ੍ਰੀ ਦੇ ਵਿੱਚ ਸਾਡੇ ਤੋਂ ਵਕੀਲ ਲੈ ਸਕਦੀ ਹੈ। ਇਸੇ ਤਰ੍ਹਾਂ ਕਿਸੇ ਬੱਚੇ ਨੇ ਜਿਹਦੀ ਉਮਰ 18 ਸਾਲ ਤੋਂ ਘੱਟ ਹੈ ਉਹਨੇ ਕੋਈ ਕੇਸ ਕਰਨਾ ਹੈ, ਜਾਂ ਕੋਈ ਵੀ ਬੰਦਾ ਜਿਹੜਾ ਜੇਲ੍ਹ ਦੇ ਵਿੱਚ ਹੈ ਉਹਨੇ ਕੋਈ ਕ੍ਰਾਈਮ ਕੀਤਾ, ਕੋਈ ਅਫੈਂਸ ਕਮਿਟ ਕੀਤਾ ਤੇ ਉਹਦੀ ਜਿਹੜੀ ਹੈਗੀ ਆ ਉਹ ਸਾਡੇ ਤੋਂ ਫ੍ਰੀ ਦੇ ਵਿੱਚ ਵਕੀਲ ਲੈ ਸਕਦਾ ਹੈ। ਕੋਈ ਵੀ ਐਸਸੀ ਕੈਟਾਗਰੀ ਦਾ ਪਰਸਨ ਹੈਗਾ, ਕੋਈ ਵੀ ਹੈਂਡੀਕੈਪਡ ਪਰਸਨ ਹੈਗਾ ਤਾਂ ਇਹ ਸਾਰੇ ਸਾਡੇ ਤੋਂ ਫ੍ਰੀ ਦੇ ਵਿੱਚ ਵਕੀਲ ਲੈ ਸਕਦੇ ਨੇ। ਤੇ ਜਰਨਲ ਕੈਟਾਗਰੀ ਦਾ ਜਿਹੜਾ ਆਦਮੀ ਹੈ ਮੇਲ, ਉਹਦੀ ਇਨਕਮ ਜਿਹਦੀ 3 ਲੱਖ ਸਾਲਾਨਾ ਤੋਂ ਘੱਟ ਹੈ ਉਹ ਸਾਡੇ ਤੋਂ ਫ੍ਰੀ ਦੇ ਵਿੱਚ ਵਕੀਲ ਲੈ ਸਕਦਾ ਹੈ। ਤੇ ਹੁਣ ਜਿਵੇਂ ਆਪਾਂ ਨੂੰ ਪਤਾ ਹੈ ਕਿ ਆਲ ਓਵਰ ਪੰਜਾਬ ਕਾਫੀ ਸਾਰੇ ਡਿਸਟ੍ਰਿਕਟਸ ਦੇ ਵਿੱਚ ਆਪਣੀ ਫਲੱਡ ਵਾਲੀ ਸਿਚੁਏਸ਼ਨ ਹੈ ਨਾ, ਫਲੱਡ ਆਇਆ ਹੋਇਆ ਤੇ ਜਲੰਧਰ ਦੇ ਵੀ ਕੁਝ ਏਰੀਆਜ਼ ਜਿਹੜੇ ਫਲੱਡ ਅਫੈਕਟਡ ਹੈਗੇ ਨੇ ਤੇ ਉਹਦੇ ਕਾਨੂੰਨ ਦੇ ਵਿੱਚ ਇਹ ਵੀ ਇੱਕ ਪ੍ਰਾਵਧਾਨ ਹੈ ਕਿ ਜਿਹੜੇ ਕੁਦਰਤੀ ਆਫਤਾਂ ਦੇ ਮਾਰੇ ਹੋਏ ਬੰਦੇ ਹੈਗੇ ਨੇ ਤਾਂ ਉਹ ਜੇ ਸਾਡੇ ਤੋਂ ਕੋਈ ਵੀ ਕਾਨੂੰਨੀ ਹੈਲਪ ਲੈਣਾ ਚਾਹੁੰਦੇ ਨੇ ਤਾਂ ਅਸੀਂ ਉਹਨਾਂ ਨੂੰ ਵੀ ਫ੍ਰੀ ਦੇ ਵਿੱਚ ਉਹ ਕਾਨੂੰਨੀ ਸਹਾਇਤਾ, ਕਾਨੂੰਨੀ ਸਲਾਹ ਤੇ ਉਹਨਾਂ ਨੂੰ ਸਾਰਾ ਕੁਝ ਅਸੀਂ ਫ੍ਰੀ ਦੇ ਵਿੱਚ ਦਿੰਦੇ ਆ। ਅੱਛਾ, ਕਿਸੇ ਵੀ ਜ਼ਰੂਰਤਮੰਦ ਨੂੰ ਜੇ ਕੋਈ ਜਾਣਕਾਰੀ ਵੀ ਲੈਣੀ ਹੋਵੇ ਕਾਨੂੰਨ ਦੇ ਮੁਤਾਲਕ ਉਹ ਸੰਪਰਕ ਕਰ ਸਕਦਾ। ਬਹੁਤ ਸਾਰੇ ਇਸ ਤਰ੍ਹਾਂ ਦੇ ਕੇਸ ਪਿੰਡਾਂ ਦੇ ਵਿੱਚ ਹੁੰਦੇ ਨੇ ਜਿਸ ਤੇ ਜਿਵੇਂ ਡੋਮੈਸਟਿਕ ਵਾਇਲੈਂਸ ਦਾ ਹੋ ਗਿਆ ਜਾਂ ਘਰਾਂ ਦੇ ਵਿੱਚ ਇਸ ਤਰ੍ਹਾਂ ਦਾ ਜ਼ਮੀਨ ਜਾਇਦਾਦ ਦਾ ਝਗੜਾ ਰਹਿੰਦਾ ਤੇ ਉਸ ਦੇ ਵਿੱਚ ਕਈ ਵਾਰ ਭਰਾ ਦੇ ਵਿੱਚ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਆ ਜਾਂਦੀਆਂ ਕਿ ਜ਼ਮੀਨ ਦੀ ਜਿਹੜੀ ਵੰਡ ਆ ਉਹ ਬਰਾਬਰ ਨਹੀਂ ਹੋ ਪਾਉਂਦੀ। ਤਾਂ ਕਈ ਵਾਰ ਇਹ ਵੀ ਸੁਣਨ ਦੇ ਵਿੱਚ ਆਉਂਦਾ ਕਿ ਪੰਚ ਸਰਪੰਚ ਵੀ ਕਈ ਵਾਰ ਤਕੜੇ ਦਾ ਸਾਥ ਦੇ ਦਿੰਦੇ ਨੇ, ਮਾੜੇ ਦੀ ਗੱਲ ਨਹੀਂ ਸੁਣੀ ਜਾਂਦੀ। ਇਸ ਸਥਿਤੀ ਦੇ ਵਿੱਚ ਕੀ ਮਤਲਬ ਮਦਦ ਹੋ ਸਕਦੀ ਆ ਉਸ ਇਨਸਾਨ ਦੀ ਜਾਂ ਉਸ ਜਿਹੜਾ ਜ਼ਰੂਰਤਮੰਦ? ਦੇਖੋ ਜੇ ਤਾਂ ਕੋਰਟ ਦੇ ਵਿੱਚ ਕੇਸ ਪੈਂਡਿੰਗ ਹੈਗਾ ਤਾਂ ਉਹ ਦੋਨੋਂ ਪਾਰਟੀਆਂ ਜਾਂ ਇੱਕ ਪਾਰਟੀ ਵੀ ਜੱਜ ਸਾਹਿਬ ਨੂੰ ਰਿਕੁਐਸਟ ਕਰ ਸਕਦੀ ਹੈ ਕਿ ਅਸੀਂ ਜਿਵੇਂ ਤੁਸੀਂ ਕਿਹਾ ਕਿ ਭਰਾਵਾਂ ਦਾ ਹੀ ਝਗੜਾ ਹੈਗਾ ਤਾਂ ਉਹ ਦੋਨੋਂ ਪਾਰਟੀਆਂ ਜੱਜ ਸਾਹਿਬ ਨੂੰ ਕਹਿਣ ਕਿ ਸਾਡਾ ਆਪਸੀ ਮੈਟਰ ਹੈ, ਅਸੀਂ ਇਹਨੂੰ ਪਿਆਰ ਨਾਲ ਸੁਲਝਾਉਣਾ ਚਾਹੁੰਦੇ ਆ ਤਾਂ ਅਸੀਂ ਉਹਨਾਂ ਦਾ ਰਾਜ਼ੀਨਾਮੇ ਦੇ ਥਰੂ ਵੀ ਕੇਸ ਖਤਮ ਕਰਵਾਉਂਦੇ ਆ। ਉਹਨੂੰ ਅਸੀਂ ਮੀਡੀਏਸ਼ਨ ਕਹਿੰਦੇ ਆ।
ਸਾਡੇ ਕੋਲ ਐਕਸਪਰਟ ਵਕੀਲ ਸਾਹਿਬ ਹੈਗੇ ਨੇ ਜਿਹੜੇ ਟ੍ਰੇਨਡ ਮੀਡੀਏਟਰ ਨੇ, ਹੂੰ। ਕਈ ਜੱਜ ਸਾਹਿਬ ਨੇ ਵੀ ਟ੍ਰੇਨਿੰਗ ਕੀਤੀ ਹੋਈ ਹੈ, ਉਹ ਵੀ ਟ੍ਰੇਨਡ ਮੀਡੀਏਟਰ ਨੇ। ਜੀ। ਤੇ ਅਸੀਂ ਮਤਲਬ ਜਦੋਂ ਅਸੀਂ ਐਜ਼ ਅ ਮੀਡੀਏਟਰ ਕੰਮ ਕਰਦੇ ਹਾਂ ਤਾਂ ਅਸੀਂ ਪਾਰਟੀਆਂ ਨੂੰ ਬਿਲਕੁਲ ਸਾਹਮਣੇ ਬਿਠਾ ਲੈਂਦੇ ਆ, ਇੱਕ ਇੱਕ ਬੰਦੇ ਦੀ ਗੱਲ ਸੁਣਦੇ ਆ, ਫਿਰ ਜੀ। ਦੋਨੋਂ ਪਾਰਟੀਆਂ ਨੂੰ ਇਕੱਠੇ ਬਿਠਾਉਂਦੇ ਆ। ਜੀ। ਮਤਲਬ ਅਸੀਂ ਪੂਰੀ ਕੋਸ਼ਿਸ਼ ਕਰਦੇ ਆ ਕਿ ਉਹਨਾਂ ਦਾ ਲੜਾਈ ਝਗੜਾ ਜਿਹੜਾ ਹੈ ਖਤਮ ਹੋਵੇ ਤੇ ਉਹ ਪਿਆਰ ਦੇ ਨਾਲ ਹੀ ਉਹਨਾਂ ਦਾ ਡਿਸਪਿਊਟ ਰਿਜ਼ੋਲਵ ਹੋਵੇ। ਜੀ। ਅੱਛਾ, ਜਦੋਂ ਅੱਜ ਦੇ ਸਮੇਂ ਦੇ ਵਿੱਚ ਜਿਸ ਤਰੀਕੇ ਦੇ ਨਾਲ ਵਿਆਹ ਸ਼ਾਦੀ ਤੋਂ ਬਾਅਦ ਵੀ ਬਹੁਤ ਸਾਰੀਆਂ ਸਮੱਸਿਆਵਾਂ ਆ ਜਾਂਦੀਆਂ ਨੇ ਤੇ ਵੱਖ ਹੋਣ ਦੇ ਲਈ ਵੀ ਕਾਨੂੰਨ ਦੀ ਮਦਦ ਲੈਣੀ ਪੈਂਦੀ ਹੈ, ਤਾਂ ਉਸ ਸਥਿਤੀ ਦੇ ਵਿੱਚ ਅਗਰ ਕਿਸੇ ਨੇ ਵਕੀਲ ਕਰਨਾ ਵੀ ਹੋਵੇ ਜਾਂ ਉਸ ਸਥਿਤੀ ਦੇ ਵਿੱਚ ਅਗਰ ਇੱਕ ਕਿਉਂਕਿ ਬਹੁਤ ਸਾਰੀਆਂ ਥਾਵਾਂ ਤੇ ਐਸਾ ਹੁੰਦਾ ਵਾ ਵੀ ਇੱਕ ਤਲਾਕ ਲੈਣਾ ਚਾਹੁੰਦਾ ਹੁੰਦਾ, ਦੂਸਰਾ ਉਹ ਨਹੀਂ ਲੈਣਾ ਚਾਹੁੰਦਾ ਹੁੰਦਾ, ਜਾਂ ਇੱਕ ਨੇ ਉਹ ਫੈਸਲਾ ਕੀਤਾ ਹੁੰਦਾ ਕਿ ਮੈਂ ਜ਼ਿੰਦਗੀ ਦੇ ਵਿੱਚ ਇਸ ਤਰੀਕੇ ਦੇ ਨਾਲ ਅੱਗੇ ਵਧਣਾ, ਦੂਸਰੇ ਦਾ ਹੁੰਦਾ ਕਿ ਪਰਿਵਾਰ ਨੂੰ ਬਚਾ ਸਕੀ। ਅਜਿਹੀ ਬਹੁਤ ਸਾਰੀਆਂ ਸਿਚੁਏਸ਼ਨਾਂ ਦੇ ਵਿੱਚ ਤੁਸੀਂ ਵੀ ਦੇਖਿਆ ਹੋਣਾ, ਕੀ ਇਹਦਾ ਹੱਲ ਹੋ ਸਕਦਾ, ਜਾਂ ਜੇ ਔਰਤ ਦੁਖੀ ਹੈ ਜਾਂ ਉਹ ਮਸਲੇ ਹੱਲ ਕਰਨ ਦੇ ਲਈ ਕੀ ਇਹਦੀ ਇਸ ਤਰ੍ਹਾਂ ਦੀ ਸਥਿਤੀ ਦੇ ਵਿੱਚ ਹੋ ਸਕਦਾ? ਦੇਖੋ, ਜਦੋਂ ਵੀ ਮੈਕਸਿਮਮ ਜਿਹੜੇ ਹੈਗੇ ਨੇ ਫੈਮਿਲੀ ਕੋਰਟਸ ਦੇ ਡਿਸਪਿਊਟਸ ਜਿਹੜੇ ਨੇ ਹਸਬੈਂਡ ਵਾਈਫ ਵਾਲੇ ਡਿਸਪਿਊਟਸ ਹੁੰਦੇ ਨੇ, ਮਤਲਬ ਬਹੁਤ ਸਾਰੇ ਕੇਸਾਂ ਦੇ ਵਿੱਚ ਤਾਂ ਹੁੰਦਾ ਹੈ ਕਿ ਦੋਨੋਂ ਪਾਰਟੀਆਂ ਐਗਰੀ ਕਰ ਜਾਂਦੀਆਂ ਨੇ ਕਿ ਅਸੀਂ ਇਕੱਠੇ ਰਹਿ ਲੈਂਦੇ ਆ ਚਲੋ, ਜਾਂ ਫਿਰ ਉਹ ਤਲਾਕ ਲੈਂਦੇ ਨੇ। ਕਈ ਕੇਸਿਸ ਇਦਾਂ ਦੇ ਹੁੰਦੇ ਨੇ ਕਿ ਇੱਕ ਪਾਰਟੀ ਨਾਲ ਰਹਿਣਾ ਚਾਹੁੰਦੀ ਹੈ ਤੇ ਦੂਜੀ ਪਾਰਟੀ ਤਲਾਕ ਲੈਣਾ ਚਾਹੁੰਦੀ ਹੈ। ਤਾਂ ਇਦਾਂ ਦੇ ਕੇਸਿਸ ਦੇ ਵਿੱਚ ਵੀ ਅਸੀਂ ਦੋਨੋਂ ਪਾਰਟੀਆਂ ਨੂੰ ਬਿਠਾ ਕੇ ਸਮਝਾਉਂਦੇ ਆ। ਪਹਿਲੀ ਸਾਡੀ ਇਹੀ ਕੋਸ਼ਿਸ਼ ਹੁੰਦੀ ਹੈ ਕਿ ਇਹਨਾਂ ਦਾ ਘਰ ਵਸੇ, ਹਨਾ। ਪਰ ਹੁਣ ਆਪਾਂ ਜ਼ਬਰਦਸਤੀ ਕਿਸੇ ਨੂੰ ਕਿਸੇ ਦੇ ਨਾਲ ਨਹੀਂ ਰੱਖ ਸਕਦੇ, ਤਾਂ ਫਿਰ ਅਸੀਂ ਹਮੇਸ਼ਾ ਇਹੀ ਕੋਸ਼ਿਸ਼ ਕਰਦੇ ਆ ਕਿ ਬੱਚਿਆਂ ਦਾ ਇੰਟਰਸਟ ਦੇਖਿਆ ਜਾਵੇ, ਕਿ ਬੱਚਿਆਂ ਦਾ ਉਹਨਾਂ ਨੂੰ ਸਮਝਾਉਂਦੇ ਆ ਕਿ ਤੁਹਾਡੇ ਬੱਚੇ ਜੇ ਇਕੱਠੇ ਰਹੋਗੇ ਤਾਂ ਬੱਚਿਆਂ ਨੂੰ ਕੀ ਫਾਇਦਾ ਹੈਗਾ, ਅਲੱਗ ਹੋਣਗੇ ਤਾਂ ਕੀ ਨੁਕਸਾਨ ਹੈ। ਮਤਲਬ ਉਹਨਾਂ ਦੇ ਅਸੀਂ ਕਾਉਂਸਲਿੰਗ ਕਰਦੇ ਆ। ਕਾਉਂਸਲਿੰਗ ਦਾ ਕਈ ਵਾਰੀ ਪੋਜ਼ਿਟਿਵ ਇਫੈਕਟ ਵੀ ਹੁੰਦਾ ਹੈ, ਉਹ ਇਕੱਠੇ ਵੀ ਰਹਿਣ ਨੂੰ ਤਿਆਰ ਹੋ ਜਾਂਦੇ ਨੇ। ਕਈ ਵਾਰੀ ਨਹੀਂ ਵੀ ਹੁੰਦੇ ਤਾਂ ਫਿਰ ਉਹਨਾਂ ਨੂੰ ਕਹਿੰਦੇ ਆ ਕਿ ਨਹੀਂ ਹੈ ਤਾਂ ਤੁਸੀਂ ਆਪਣੀ ਮਿਊਚੁਅਲ ਕੰਸੈਂਟ ਦੇ ਨਾਲ ਡਾਈਵੋਰਸ ਲੈ ਲਓ, ਰਾਦਰ ਦੈਨ ਕਿ ਤੁਸੀਂ ਕੋਰਟ ਦੇ ਵਿੱਚ ਲੜੋ। ਕਈ ਵਾਰ ਸਮਝ ਜਾਂਦੀਆਂ ਨੇ ਪਾਰਟੀਆਂ, ਕਈ ਵਾਰੀ ਨਹੀਂ ਸਮਝਦੀਆਂ ਕਿਉਂਕਿ ਇੰਨੀਆਂ ਐਡਮੈਂਟ ਹੁੰਦੀਆਂ ਨੇ ਕਿ ਉਹਨਾਂ ਨੂੰ ਲੱਗਦਾ ਕਿ ਨਹੀਂ ਹੁਣ ਅਸੀਂ ਮੈਂ ਇਹਨੂੰ ਖਰਾਬ ਹੀ ਕਰਨਾ, ਇਸ ਦੂਜੀ ਪਾਰਟੀ ਨੂੰ ਤੰਗ ਹੀ ਕਰਨਾ। ਤਾਂ ਫਿਰ ਜਦੋਂ ਨਹੀਂ ਮੰਨਦੀਆਂ ਪਾਰਟੀਆਂ ਤਾਂ ਫਿਰ ਉਹ ਕੇਸ ਜਿਹੜਾ ਹੈਗਾ ਉਹਨਾਂ ਦਾ ਕੋਰਟ ਦੇ ਵਿੱਚ ਚੱਲਦਾ ਹੈ। ਤੇ ਜਿਹੜੀ ਕਾਉਂਸਲਿੰਗ ਦੇ ਲਈ ਫਿਰ ਉਹਦਾ ਵੀ ਖਰਚਾ ਜੇ ਆਪਾਂ ਦੇਖਿਆ ਜਾਵੇ ਤਾਂ ਜ਼ਿਲ੍ਹਾ ਕਾਨੂੰਨੀ ਸੇਵਾ ਅਥਾਰਟੀ ਕਰਦੀ? ਬਿਲਕੁਲ ਬਿਲਕੁਲ। ਜਦੋਂ ਅਸੀਂ ਮੀਡੀਏਸ਼ਨ ਕਰਦੇ ਹਾਂ, ਮੀਡੀਏਸ਼ਨ ਦਾ ਮਤਲਬ ਇਹ ਹੁੰਦਾ ਹੈ ਕਿ ਦੋਨੋਂ ਪਾਰਟੀਆਂ ਨੂੰ ਬਿਠਾ ਕੇ ਪਿਆਰ ਨਾਲ ਉਹਨਾਂ ਦੀ ਗੱਲ ਸੁਣਨੀ ਤੇ ਦੋਨਾਂ ਨੂੰ ਦੱਸਣਾ ਕਿ ਜੇ ਤੁਸੀਂ ਕੋਰਟ ਦੇ ਵਿੱਚ ਕੇਸ ਲੜੋਗੇ, ਇੰਨੇ ਸਾਲ ਕੇਸ ਚੱਲੂਗਾ, ਹਰਾਸ ਹੋਵੋਗੇ ਤੁਸੀਂ, ਤੇ ਜੇ ਤੁਸੀਂ ਇਕੱਠੇ ਰਹਿੰਦੇ ਹੋ ਜਾਂ ਆਪਣਾ ਮਿਊਚੁਅਲ ਕੰਸੈਂਟ ਦੇ ਨਾਲ ਅਲੱਗ ਹੁੰਦੇ ਹੋ ਤਾਂ ਇਹਦਾ ਤੁਹਾਨੂੰ ਇਹ ਫਾਇਦਾ ਹੈ। ਇੱਕ ਤਰ੍ਹਾਂ ਦੀ ਕਾਉਂਸਲਿੰਗ ਹੀ ਹੁੰਦੀ ਹੈ, ਅਸੀਂ ਫ੍ਰੀ ਚ ਹੀ ਕਰਦੇ ਹਾਂ ਉਹ ਕਾਉਂਸਲਿੰਗ ਦੀ। ਅੱਛਾ, ਬਹੁਤ ਸਾਰੇ ਕੇਸ ਆਉਂਦੇ ਹੋਣਗੇ, ਜਿਵੇਂ ਆਪਾਂ ਅੱਜ ਵੀ ਚਰਚਾ ਕਰਨੀ ਹੈ ਕਿ ਜ਼ਰੂਰਤਮੰਦ ਹੁਣ ਵੀ ਸੰਪਰਕ ਕਰ ਸਕਦੇ ਨੇ, ਤਾਂ ਜੇ ਆਪਾਂ ਦੇਖੀਏ ਸਾਰਿਆਂ ਨੂੰ ਹੈਂਡਲ ਕਰਨਾ ਪੋਸੀਬਲ ਹੈ ਜਾਂ ਕਿਵੇਂ ਉਹਨੂੰ ਮੈਨੇਜ ਕਰਨੇ ਹੋ? ਕਿ ਬਹੁਤ ਸਾਰੇ ਅਗਰ ਜ਼ਰੂਰਤਮੰਦ ਪਹੁੰਚ ਜਾਂਦੇ ਨੇ ਵੀ ਸਾਨੂੰ ਵੀ ਜ਼ਰੂਰਤ ਹੈ, ਸਾਨੂੰ ਵੀ ਜ਼ਰੂਰਤ ਹੈ, ਤੇ ਜਦੋਂ ਤੁਸੀਂ ਉਹਦੀ ਐਨਾਲਿਸਿਸ ਕਰਦੇ ਹੋਵੋਗੇ ਤਾਂ ਲੱਗਦਾ ਵੀ ਹੈ ਕਿ ਹਾਂ ਵਾਕਈ ਇਹਨਾਂ ਨੂੰ ਜ਼ਰੂਰਤ ਹੈ, ਫਿਰ ਪੋਸੀਬਿਲਿਟੀ ਹੈਗੀ ਸਾਰਿਆਂ ਨੂੰ ਸੇਵਾਵਾਂ ਦੇ ਸਕਣਾ ਜਾਂ ਕਿਸ ਤਰੀਕੇ? ਦੇਖੋ, ਇਹ ਜਿਹੜੇ ਕੈਟੇਗਰੀ ਕੋਈ ਵੀ ਜੇ ਮਹੀਨੇ ਚ ਮੇਰੇ ਕੋਲੇ 500 ਵੀ ਲੇਡੀਜ਼ ਆ ਜਾਣ, ਉਹ ਕਹਿਣ ਕਿ ਸਾਨੂੰ ਵਕੀਲ ਚਾਹੀਦਾ ਤਾਂ ਅਸੀਂ ਦੇਵਾਂਗੇ। ਜੇ ਮੇਰੇ ਕੋਲ 100 ਵੀ ਲੇਡੀਜ਼ ਆਉਂਦੀਆਂ ਨੇ ਤਾਂ ਮੈਂ 100 ਨੂੰ ਵੀ ਦਊਂਗੀ। ਮਤਲਬ ਜਲੰਧਰ ਦੇ ਵਿੱਚ ਆਪਣੀ ਐਵਰੇਜ 200-250 ਕੇਸ ਆਪਾਂ ਹਰ ਮਹੀਨੇ ਫ੍ਰੀ ਲੀਗਲ ਏਡ ਦਿੰਨੇ ਆ ਇੰਨੇ ਲੋਕਾਂ ਨੂੰ, ਜਲੰਧਰ ਜ਼ਿਲ੍ਹੇ ਦੀ ਇਕੱਲੇ ਦੀ ਜੇ ਆਪਾਂ ਗੱਲ ਕਰੀਏ। ਮਤਲਬ ਜੇ ਕੋਈ ਉਸ ਕੈਟਾਗਰੀ ਦੇ ਵਿੱਚ ਫਾਲ ਕਰਦਾ ਜਿਹੜਾ ਸਾਡੇ ਤੋਂ ਫ੍ਰੀ ਦੇ ਵਿੱਚ ਵਕੀਲ ਲੈ ਸਕਦੇ, ਅਸੀਂ ਉਹਨੂੰ ਵਾਪਸ ਨਹੀਂ ਭੇਜਦੇ। ਸਾਡੇ ਕੋਲ ਸਫੀਸ਼ੀਐਂਟ ਨੰਬਰ ਆਫ ਐਡਵੋਕੇਟਸ ਹੈਗੇ ਨੇ, 88 ਐਡਵੋਕੇਟ ਨੇ ਜਲੰਧਰ ਜਿਹੜੇ ਕੰਮ ਕਰ ਰਹੇ ਨੇ ਸਾਡੇ ਨਾਲ, ਤੇ ਅਸੀਂ ਇਹ ਕਦੇ ਨਹੀਂ ਹੁੰਦਾ ਕਿ ਅਸੀਂ ਉਹਨਾਂ ਨੂੰ ਵਾਪਸ ਭੇਜਾਂਗੇ, ਅਸੀਂ ਉਹਨਾਂ ਨੂੰ ਹਮੇਸ਼ਾ ਹੈਲਪ ਦਿੰਦੇ ਆ। ਤੇ ਅਗਰ ਕਈ ਵਾਰ ਇਸ ਤਰ੍ਹਾਂ ਦਾ ਹੁੰਦਾ ਕੇਸ ਕਲੋਜ਼ ਹੋ ਚੁੱਕਿਆ ਹੁੰਦਾ, ਪਰ ਜਿਹੜਾ ਜ਼ਰੂਰਤਮੰਦ ਹੁੰਦਾ ਉਹਨੂੰ ਲੱਗਦਾ ਹੁੰਦਾ ਕਿ ਮੇਰੀ ਇਸ ਤਰੀਕੇ ਨਾਲ ਸੁਣਵਾਈ ਨਹੀਂ ਹੋਈ ਜਾਂ ਇਹਨੂੰ ਰੀਓਪਨ ਦੀ ਜ਼ਰੂਰਤ ਹੈਗੀ ਆ, ਐਸੇ ਕੇਸ ਦੇ ਵਿੱਚ ਵੀ ਮਦਦ ਹੋ ਸਕਦੀ ਹੈ? ਬਿਲਕੁਲ ਜੀ। ਦੇਖੋ, ਜਦੋਂ ਕੇਸ ਇੱਕ ਵਾਰੀ ਖਤਮ ਹੋ ਜਾਂਦਾ, ਡਿਸਾਈਡ ਹੋ ਗਿਆ, ਤਾਂ ਉਹਨੂੰ ਰੀਓਪਨ ਨਹੀਂ ਕੀਤਾ ਜਾ ਸਕਦਾ, ਉਹਦੀ ਅਪੀਲ ਕੀਤੀ ਜਾ ਸਕਦੀ ਹੈ। ਇਦਾਂ ਹੀ ਜਿਵੇਂ ਆਪਣਾ ਡਿਸਟ੍ਰਿਕਟ ਆਪਣਾ ਜਿਹੜਾ ਨਕੋਦਰ ਤੇ ਫਲੋਰ 2 ਸਬ ਡਿਵੀਜ਼ਨਸ ਨੇ ਆਪਣੀਆਂ, ਇੱਥੇ ਅਸੀਂ ਫ੍ਰੀ ਲੀਗਲ ਏਡ ਦਿੰਨੇ ਆ। ਇੱਥੋਂ ਕੇਸ ਕੋਈ ਬੰਦਾ ਹਾਰ ਗਿਆ, ਉਹਨੇ ਜਲੰਧਰ ਅਪੀਲ ਕਰਨੀ ਹੈ, ਅਸੀਂ ਜਲੰਧਰ ਵੀ ਦਿੰਨੇ ਆ। ਜਲੰਧਰ ਤੋਂ ਵੀ ਕੋਈ ਕੇਸ ਹਾਰ ਗਿਆ ਤਾਂ ਉਹਨੇ ਹਾਈ ਕੋਰਟ ਦੇ ਵਿੱਚ ਅਪੀਲ ਕਰਨੀ ਹੈ ਤਾਂ ਆਨਰੇਬਲ ਹਾਈ ਕੋਰਟ ਦੇ ਵਿੱਚ ਵੀ ਫ੍ਰੀ ਲੀਗਲ ਏਡ ਦਿੱਤੀ ਜਾਂਦੀ ਹੈ। ਇਸੇ ਤਰ੍ਹਾਂ ਚਾਹੇ ਸੁਪਰੀਮ ਕੋਰਟ ਤੱਕ ਵੀ ਫ੍ਰੀ ਲੀਗਲ ਏਡ ਅਸੀਂ ਪ੍ਰੋਵਾਈਡ ਕਰਦੇ ਹਾਂ। ਵੀ ਜੇ ਅਗਰ ਜ਼ਰੂਰਤ ਪੈਂਦੀ ਆ ਅੱਗੇ ਦੇ ਅੱਗੇ ਫਰਦਰ ਮਦਦ ਕੀਤੀ ਜਾਂਦੀ ਹੈ ਤਾਂ ਕਿ ਉਹਨਾਂ ਨੂੰ ਇਨਸਾਫ ਮਿਲ ਸਕੇ। ਬਿਲਕੁਲ ਬਿਲਕੁਲ। ਤੇ ਜੀ ਇੱਕ ਜ਼ਰੂਰ ਜਿਹੜੇ ਕੋਈ ਜ਼ਰੂਰਤਮੰਦ ਹੁਣ ਵੀ ਸੁਣ ਰਹੇ ਹੋਣਗੇ, ਥੋੜਾ ਜਿਹਾ ਜੇ ਉਹ ਸੰਪਰਕ ਕਰਨਾ ਚਾਹਣ ਤੇ ਕਿਸ ਨੰਬਰ ਹੈ ਜਾਂ ਉਹ ਵਿਜ਼ਿਟ ਕਰਨਾ ਉਹਨਾਂ ਨੂੰ ਚਾਹੀਦਾ ਜਲੰਧਰ? ਦੇਖੋ, ਜੇ ਉਹਨਾਂ ਨੇ ਸਲਾਹ ਲੈਣੀ ਹੈ ਤਾਂ ਇੱਕ ਸਾਡਾ ਟੋਲ ਫ੍ਰੀ ਨੰਬਰ ਹੈਗਾ 1968 ਜੀ,
ਤੇ ਉੱਤੇ ਵੀ ਕਾਲ ਕਰ ਸਕਦੇ ਨੇ। ਕਈ ਵਾਰ ਜੇ ਉਹ ਨੰਬਰ ਨਹੀਂ ਲੱਗਦਾ ਤਾਂ ਸਾਡਾ ਲੈਂਡਲਾਈਨ ਨੰਬਰ ਹੈਗਾ 0181 ਜੀ 22 35 775। ਇਸ ਨੰਬਰ ਤੇ ਸਾਨੂੰ ਉਹ ਕਾਲ ਵੀ ਕਰ ਸਕਦੇ ਨੇ। ਜੀ ਤੇ ਜੇ ਉਹਨਾਂ ਨੇ ਲੱਗਦਾ ਹੈ ਕਿ ਫੋਨ ਤੇ ਨਹੀਂ ਪ੍ਰੋਪਰਲੀ ਉਹ ਗੱਲ ਕਰ ਪਾ ਰਹੇ ਤਾਂ ਸਾਡੇ ਆਫਿਸ ਦੇ ਵਿੱਚ ਵਿਜ਼ਿਟ ਵੀ ਉਹ ਕਰ ਸਕਦੇ ਨੇ। ਆਫਿਸ ਕਿੱਥੇ ਹੈ ਜੇ ਅਗਰ ਜਾਣਾ? ਜੇ ਸਬ ਡਿਵੀਜ਼ਨ ਤੇ ਵਿਜ਼ਿਟ ਕਰਨਾ ਹੈ ਤਾਂ ਜਿੱਥੇ ਜ਼ਿਲ੍ਹਾ ਕਚਹਿਰੀਆਂ ਬਣੀਆਂ ਹੋਈਆਂ ਨੇ ਸਬ ਡਿਵੀਜ਼ਨ ਵਾਲੀਆਂ ਉੱਥੇ ਜਾ ਸਕਦੇ ਨੇ, ਉਹ ਫਰੰਟ ਆਫਿਸ ਬਣੇ ਹੋਏ ਨੇ। ਤੇ ਜੇ ਜਲੰਧਰ ਆਉਣਾ ਹੈ ਤਾਂ ਜਿਹੜੀ ਮੇਨ ਕਚਹਿਰੀ ਹੈ ਜਿੱਥੇ ਸੈਸ਼ਨ ਜੱਜ ਸਾਹਿਬ ਬੈਠਦੇ ਨੇ ਉੱਥੇ ਨਾਲ ਹੀ ਸਾਡੇ ਸੇਮ ਪ੍ਰੈਮਿਸਿਸ ਦੇ ਵਿੱਚ ਇੱਕ ਬਿਲਡਿੰਗ ਬਣੀ ਹੋਈ ਹੈ ADR ਸੈਂਟਰ, ਜੀ ਉੱਥੇ ਸਾਡਾ ਆਫਿਸ ਹੈ ਤੇ ਉੱਥੇ ਆ ਕੇ ਉਹ ਸਾਨੂੰ ਸਵੇਰੇ 9 ਤੋਂ ਲੈ ਕੇ ਸ਼ਾਮ ਨੂੰ 5 ਵਜੇ ਤੱਕ ਕਦੇ ਵੀ ਮਿਲ ਸਕਦੇ ਨੇ। ਜੀ ਅਗਰ ਪੁੱਛਣਾ ਹੋਵੇ ਕਿਸੇ ਨੇ ਤੇ ਇਹ ਆ ਵੀ ਜ਼ਿਲ੍ਹਾ ਕਾਨੂੰਨੀ ਸੇਵਾ ਅਥਾਰਟੀ ਨੂੰ ਮਿਲਣਾ, ਜੀ, ਉਹਨਾਂ ਜੀ। ਦੇ ਨਾਲ ਸੰਪਰਕ ਜੀ। ਕਰਨਾ ਅਗਰ ਜਾ ਸਕਦੇ ਨੇ। ਅਤੇ ਬਹੁਤ ਸਾਰੇ ਜਿਹੜੇ ਕੇਸ ਤੁਸੀਂ ਹੈਂਡਲ ਕਰਨੇ ਹੋ ਜ਼ਿਆਦਾਤਰ, ਕਿਉਂਕਿ ਅਗਰ ਪੰਜਾਬ ਦੀ ਸਥਿਤੀ ਨੂੰ ਦੇਖਿਆ ਜਾਵੇ ਇਹਨਾਂ ਤੇ ਡਿਪੈਂਡ ਹੁੰਦਾ ਵੀ ਕਿਸ ਤਰੀਕੇ ਦੇ ਨਾਲ ਕਾਨੂੰਨੀ ਵਿਵਸਥਾ ਜਾਂ ਲੋਕਾਂ ਦੀ ਕਿਸ ਤਰੀਕੇ ਦੀ ਸਾਈਕੀ ਚੱਲ ਰਹੀ ਆ ਸਮਾਜ ਦੇ ਵਿੱਚ। ਜ਼ਿਆਦਾਤਰ ਕਿਸ ਤਰ੍ਹਾਂ ਦੇ ਕੇਸ ਜਿਹੜੇ ਹੈਂਡਲ, ਜਿਹੜੇ ਤੁਹਾਨੂੰ ਵੀ ਲੱਗ ਰਿਹਾ ਹੁੰਦਾ ਕਿ ਆਉਣ ਵਾਲੇ ਸਮੇਂ 'ਚ ਤੇ ਸਮੱਸਿਆ ਵੱਧ ਰਹੀਆਂ ਨੇ ਜਾਂ ਇਸ ਦੇ ਬਾਰੇ ਸਾਡੇ ਤੱਕ ਪਹੁੰਚਣ ਹੀ ਨਾ ਆਇਆ, ਇਸ ਤਰੀਕੇ ਦੀ ਲੋਕਾਂ ਦੇ ਵਿੱਚ ਅਵੇਅਰਨੈਸ ਹੋਵੇ ਜਾਂ ਉਹਨਾਂ ਦੇ ਵਿੱਚ ਇੰਨੀ ਐਜੂਕੇਸ਼ਨ ਹੋਵੇ ਕਿ ਕਾਨੂੰਨ ਦਾ ਸਾਥ ਦੀ ਲੋੜ ਹੀ ਨਾ ਪਵੇ, ਇੰਨਾ ਆਪਣੇ ਆਪ ਹੀ ਹੈਂਡਲ ਕਰਨ ਜੋਗਾ ਹੋਵੇ? ਕਿਹੜੀਆਂ ਜ਼ਿਆਦੀਆਂ ਸਮੱਸਿਆ ਜਿਹੜੀਆਂ ਲੱਗਦੀਆਂ ਕਿ ਪਰੇਸ਼ਾਨ ਕਰ ਸਕਦੀਆਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਸਮਾਜ ਦੇ ਵਿੱਚ? ਦੇਖੋ ਮੈਕਸਿਮਮ ਜਿਹੜੇ ਕੇਸਿਸ ਨੇ ਜੇ ਆਪਾਂ ਦੇਖੀਏ ਤਾਂ ਮੈਟ੍ਰੀਮੋਨੀਅਲ ਕੇਸਿਸ ਜਿਹੜੇ ਹੈਗੇ ਨੇ, ਘਰੇਲੂ ਹੈ ਨਾ, ਹਸਬੈਂਡ ਵਾਈਫ ਦਾ ਡਿਸਪਿਊਟ ਜਿਹੜਾ ਹੈਗਾ, ਮੈਕਸਿਮਮ ਇਹ ਵਾਲੇ ਕੇਸਿਸ ਨੇ। ਤੇ ਇਹਦੇ ਰੀਜ਼ਨਸ ਬਹੁਤ ਸਾਰੇ ਨੇ। ਅੱਜਕੱਲ ਗਰਲਸ ਵੀ ਜਿਹੜੀਆਂ ਨੇ ਉਹ ਇੰਡੀਪੈਂਡੈਂਟ ਹੋ ਗਈਆਂ ਫਾਈਨੈਂਸ਼ੀਅਲੀ, ਹਨਾ। ਇੱਕ ਰੀਜ਼ਨ ਇਹ ਹੈ ਟੋਲਰੈਂਸ ਪਾਰ, ਨਾ ਮੁੰਡਾ ਸੁਣਦਾ ਕੁੜੀ ਦੀ ਗੱਲ ਤੇ ਨਾ ਹੀ ਕੁੜੀ ਮੁੰਡੇ ਦੀ ਗੱਲ ਸੁਣਦੀ ਹੈ। ਪੇਰੈਂਟਸ ਦੀ, ਇਨ-ਲॉज ਦੀ ਇਨਵੋਲਵਮੈਂਟ ਜਿਹੜੀ ਹੈ, ਇੰਟਰਫੇਰੈਂਸ, ਹਨਾ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਸ ਚੀਜ਼ ਨੂੰ ਇਕੱਠਾ ਹੋ ਕੇ ਨਾ ਇਹ ਚੀਜ਼ਾਂ ਫਿਰ ਉਹਨਾਂ ਦੇ ਡਿਵੋਰਸ ਤੱਕ ਨੌਬਤ ਪਹੁੰਚ ਜਾਂਦੀ ਹੈ। ਮਤਲਬ ਹੁਣ ਆਪਾਂ ਇਹ ਤਾਂ ਨਹੀਂ ਉਹਨਾਂ ਨੂੰ ਕਹਿ ਸਕਦੇ ਕਿ ਤੁਸੀਂ ਕੋਰਟ ਦੇ ਵਿੱਚ ਨਾ ਆਓ, ਪਰ ਅਸੀਂ ਇਹੀ ਕਹਿ ਸਕਦੇ ਹਾਂ ਕਿ ਕੋਰਟ 'ਚ ਲੜਨ ਦੀ ਬਜਾਏ ਤੁਸੀਂ ਆਪਣਾ ਐਮੀਕੇਬਲੀ ਪਿਆਰ ਦੇ ਨਾਲ ਉਹਨਾਂ ਚੀਜ਼ਾਂ ਨੂੰ ਸੈਟਲ ਕਰ ਲਓ। ਜੀ ਹਾਂਜੀ। ਅਸਲ ਦੇ ਵਿੱਚ ਇਹ ਵੀ ਦੇਖਿਆ ਜਾਂਦਾ ਕਿ ਜਿਸ ਤਰੀਕੇ ਦੇ ਨਾਲ ਮੋਬਾਈਲ ਫੋਨ ਹੁਣ ਆਉਣ ਲੱਗ ਗਿਆ, ਇਹ ਬਹੁਤ ਵੱਡਾ ਰੀਜ਼ਨ ਹੋ ਗਿਆ। ਬਹੁਤ ਇੱਕ, ਹਾਂਜੀ ਹਾਂਜੀ ਹਾਂ। ਤੁਸੀਂ ਤਾਂ ਮਿਲਦੇ ਰਹਿੰਦੇ ਉਹਨਾਂ ਨੂੰ, ਜ਼ਿਆਦਾਤਰ ਸਮੱਸਿਆ ਇਸ ਤਰ੍ਹਾਂ ਦੀ ਹੁੰਦੀ ਹੈ ਕਿ ਇਹ ਆਪਣੀ ਮਾਂ ਨਾਲ ਫੋਨ ਬਹੁਤ ਕਰਦੀ ਹੈ ਜਾਂ ਸ਼ੱਕ ਹੋ ਜਾਂਦਾ ਜਾਂ ਕਿਸੇ ਨਾਲ, ਇਸ ਤਰ੍ਹਾਂ ਦੀਆਂ ਸਮੱਸਿਆਵਾਂ ਬਹੁਤ। ਟੈਕਨੋਲੋਜੀ ਵੀ ਇੱਕ ਵਜ੍ਹਾ ਬਣੀ ਆ ਆਉਣ ਵਾਲੇ ਸਮੇਂ ਦੇ ਵਿੱਚ ਜਿਸ ਤਰੀਕੇ ਦੇ ਨਾਲ ਚੱਲਦਾ। ਅੱਛਾ, ਜੇ ਆਪਾਂ ਵੈਸੇ ਮੁਆਵਜ਼ੇ ਦੀ ਗੱਲ ਕਰਨੀ ਹੈ, ਜਿਵੇਂ ਫਲੱਡ ਤੋਂ ਸਾਰੇ ਏਰੀਆ ਪ੍ਰਭਾਵਿਤ ਹੋਇਆ, ਆਪਣੇ ਆਲੇ ਦੁਆਲੇ ਇਲਾਕੇ ਦੀ ਗੱਲ ਕਰੀਏ ਤਾਂ ਕੀ ਲੱਗਦਾ ਕਿ ਕਿਸ ਤਰੀਕੇ ਦੇ ਨਾਲ ਜੇ ਕੋਈ ਜ਼ਰੂਰਤਮੰਦ ਹੋਵੇ ਕੀ ਉਹਨਾਂ ਨੂੰ ਮੁਆਵਜ਼ਾ ਵਗੈਰਾ ਮਿਲ ਸਕਦਾ, ਜਾਂ ਕਿਸ ਤਰੀਕੇ ਦੇ ਨਾਲ ਉਹਨਾਂ ਦੀ ਮਦਦ ਹੋ ਸਕਦੀ ਹੈ, ਜਾਂ ਕੋਈ ਕਾਨੂੰਨ ਦੇ ਵਿੱਚ ਇਸ ਤਰ੍ਹਾਂ ਦੀ ਵਿਵਸਥਾ ਹੈ ਕਿ ਉਹਨਾਂ ਦਾ ਜੋ ਨੁਕਸਾਨ ਹੋਇਆ ਜਾਂ ਉਹਦਾ ਕੋਈ ਉਹਨੂੰ ਮਿਲ ਸਕੇ ਤਾਂ ਕਿ ਉਹ ਫਿਰ ਆਪਣੇ ਪੈਰਾਂ ਤੇ ਖੜੋ ਸਕੇ ਜਾਂ ਆਪਣੀ ਅਗਲੇ ਦੀ ਜਿਹੜੀ ਉਹ ਸਮੱਸਿਆ ਵਾ ਜਿਹੜੀ ਉਹ ਨਾ ਆ ਸਕੇ, ਜਾਂ ਕੀ ਕਾਨੂੰਨ ਦੇ ਵਿੱਚ ਇਸ ਤਰ੍ਹਾਂ ਦੀ ਹੈ ਸੁਵਿਧਾ? ਦੇਖੋ ਕਾਨੂੰਨ ਦੇ ਵਿੱਚ ਇਦਾਂ ਹੜ੍ਹ ਦੇ ਨਾਲ ਮੁਆਵਜ਼ਾ ਦੇਣ ਦੀ ਕਾਨੂੰਨ ਦੇ ਵਿੱਚ ਐਜ਼ ਸੱਚ ਕੋਈ ਪ੍ਰੋਵੀਜ਼ਨ ਨਹੀਂ ਹੈ। ਇਹ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੇ ਅੰਡਰ ਦੀ ਗਾਈਡੈਂਸ ਆਫ ਗਵਰਨਮੈਂਟ ਜਿਹੜਾ ਹੈਗਾ, ਜੋ ਸਰਕਾਰ ਨਿਰਧਾਰਿਤ ਕਰਦੀ ਹੈ, ਉਹ ਮੁਆਵਜ਼ਾ ਦੇਣਾ ਹੁੰਦਾ ਹੈ। ਸਾਡਾ ਡਿਸਟ੍ਰਿਕਟ ਲੀਗਲ ਸਰਵਿਸ ਅਥਾਰਟੀ ਦਾ ਰੋਲ ਇਹ ਹੈ ਕਿ ਜੇ ਉਹਨਾਂ ਨੂੰ ਜੋ ਸਰਕਾਰ ਨੇ ਨਿਰਧਾਰਿਤ ਕਰਤਾ ਕਿ ਇਹ ਮੁਆਵਜ਼ਾ ਦੇਣਾ ਹੈ ਤੇ ਉਹਨਾਂ ਨੂੰ ਇਹ ਮੁਆਵਜ਼ਾ ਜਿਹੜਾ ਨਹੀਂ ਮਿਲ ਰਿਹਾ ਤਾਂ ਉਹ ਸਾਡੇ ਨਾਲ ਅਪਰੋਚ ਕਰਕੇ ਅਸੀਂ ਉਹਨਾਂ ਦੀ ਪੂਰੀ ਹੈਲਪ ਕਰਾਂਗੇ ਕਿ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਤੋਂ ਉਹਨਾਂ ਨੂੰ ਪੂਰੀ ਸਪੋਰਟ ਮਿਲੇ। ਤੇ ਇਹ ਤੋਂ ਬਿਨਾਂ ਜੇ ਕੋਈ ਉਹ ਕਾਨੂੰਨੀ ਕੋਈ ਚਾਰਾਜੋਈ ਕਰਨਾ ਚਾਹੁੰਦੇ ਨੇ, ਕੋਈ ਆਪਣੇ ਲੀਗਲ ਰਾਈਟਸ ਨੂੰ ਲੈ ਕੇ ਕੋਈ ਉਹ ਆਪਣਾ ਕੁਝ ਵੀ ਸਾਡੇ ਨਾਲ ਸੰਪਰਕ ਕਰਨਾ ਚਾਹੁੰਦੇ ਨੇ ਤਾਂ ਦੇ ਆਰ ਮੋਸਟ ਵੈਲਕਮ। ਜਿਸ ਤਰੀਕੇ ਦੇ ਉਹਨਾਂ ਨੂੰ ਲੱਗਦਾ ਸ਼ਾਇਦ ਜਿਸ ਦੇ ਬਾਰੇ ਸਲਾਹ ਲੈਣ ਦੀ ਲੋੜ ਆ ਤੇ ਉਹ ਮੁਫਤ ਸਹਾਇਤਾ ਦੇ ਲਈ ਸੰਪਰਕ ਕਰ ਸਕਦੇ ਨੇ। ਤਾਂ ਇਸ ਦੇ ਵਿੱਚ ਜਿਵੇਂ ਤੁਸੀਂ ਪਹਿਲਾਂ ਵੀ ਗੱਲ ਕੀਤੀ ਹੈ ਕਿ ਵੀ ਜਿਹੜੇ ਜ਼ਰੂਰਤ ਨੇ, ਜਿਹੜੇ ਵਕੀਲ ਨਹੀਂ ਕਰ ਸਕਦੇ, ਉਹ ਮਦਦ ਲੈ ਸਕਦੇ ਨੇ, ਜਾਂ ਕਈ ਵਾਰ ਇਸ ਤਰ੍ਹਾਂ ਦੇ ਕੇਸ ਆਏ ਨੇ ਜਿਸ ਦੇ ਵਿੱਚ ਤੁਹਾਨੂੰ ਲੱਗ ਰਿਹਾ ਹੋਵੇ ਕਿ ਹਾਂ ਇਹ ਤੇ ਖੁਦ ਵੀ ਕੈਪੇਬਲ ਹੈਗੇ ਕਿ ਕਰਕੇ ਕਈ ਵਾਰ ਅਸੀਂ ਹੁੰਦਾ ਲਾਹਾ ਲੈ ਲੈਂਦੇ ਹਾਂ ਵੀ ਆਪਾਂ ਨੂੰ ਜੇ ਇੱਥੇ ਮੁਫਤ ਮਿਲ ਰਿਹਾ ਤੇ ਸਾਨੂੰ ਇੱਥੇ ਜਾਣਾ ਚਾਹੀਦਾ, ਫਿਰ ਉਹਦੇ ਵਿੱਚ ਕੀ ਦੇਖਿਆ ਜਾਂਦਾ ਜਿਹੜਾ ਤੁਹਾਨੂੰ ਲੱਗ ਰਿਹਾ ਹੁੰਦਾ ਕਿ ਹਾਂ ਇਹ ਤੇ ਵੀ ਮਤਲਬ ਜ਼ਰੂਰਤ ਇਹਨੂੰ ਹੈ ਨਹੀਂ, ਇਹਦੇ ਤੋਂ ਬਗੈਰ ਹੋਰ ਹੱਲ ਹੈ ਨੇ ਜਿਨ੍ਹਾਂ ਨੂੰ ਜ਼ਰੂਰਤ ਹੈਗੀ? ਕਿਸ ਤਰੀਕੇ ਦੇ ਨਾਲ ਫਿਰ
ਇਸ ਤਰ੍ਹਾਂ ਨੂੰ ਫਿਲਟਰ ਕੀਤਾ ਜਾਂਦਾ? ਦੇਖੋ ਹੁਣ ਜਿਵੇਂ ਕਾਨੂੰਨ ਦੇ ਵਿੱਚ ਇਹ ਹੈ ਕਿ ਕੋਈ ਵੀ ਐਸਸੀ ਕੈਟਾਗਰੀ ਦਾ ਬੰਦਾ ਹੈਗਾ, ਜੀ। ਕੋਈ ਵੀ ਫੀਮੇਲ ਹੈ ਜੀ ਨਾ, ਚਾਹੇ ਉਹ ਗਜ਼ਟਡ ਆਫੀਸਰ ਲੱਗੀ ਹੋਈ ਹੈ, ਚਾਹੇ ਕੋਈ ਮਤਲਬ ਬਹੁਤ ਅੱਛਾ ਅਰਨ ਕਰ ਰਹੀ ਹੈ, ਜੋ ਮੇਰੇ ਕੋਲ ਆਵੇ ਕਿ ਮੈਨੂੰ ਫ੍ਰੀ ਲੀਗਲ ਏਡ ਚਾਹੀਦੀ ਹੈ ਤਾਂ ਮੈਂ ਉਹਨੂੰ ਮਨਾ ਨਹੀਂ ਕਰ ਸਕਦੀ। ਨਾ ਮਨਾ ਕਰਨ ਦਾ ਸਾਡੇ ਕੋਲੇ ਕੋਈ ਨਹੀਂ ਹੈਗਾ ਗਰਾਊਂਡ ਕਿ ਅਸੀਂ ਤੈਨੂੰ ਨਹੀਂ ਦੇਣੀ, ਕਿਉਂਕਿ ਕਾਨੂੰਨ ਇਹ ਕਹਿੰਦਾ ਕਿ ਸਿਰਫ ਜਰਨਲ ਕੈਟਾਗਰੀ ਦੇ ਬੰਦੇ ਦੀ ਇਨਕਮ ਦੇਖਣੀ ਹੈ ਆਪਾਂ ਮੇਲ ਦੀ, ਕਿ ਉਹ 3 ਲੱਖ ਸਾਲਾਨਾ ਤੋਂ ਘੱਟ ਹੋਵੇ। ਕਈ ਵਾਰ ਇਦਾਂ ਦੇ ਕੇਸਿਸ ਹੈਗੇ ਨੇ, ਹੁਣ ਬਹੁਤ ਸਾਰੇ ਨੇ ਜਿਹੜੇ ਅੱਛੇ ਪ੍ਰੋਫੈਸ਼ਨਲਸ ਨੇ, ਗਜ਼ਟਡ ਆਫੀਸਰਸ ਨੇ, ਉਹ ਵੀ ਸਾਡੇ ਤੋਂ ਲੈ ਰਹੀਆਂ ਨੇ ਲੇਡੀਜ਼, ਪਰ ਅਸੀਂ ਮਨਾ ਨਹੀਂ ਕਰ ਸਕਦੇ ਕਿਉਂਕਿ ਅਸੀਂ ਬਾਉਂਡ ਆ ਕਾਨੂੰਨ ਨੂੰ ਮੰਨਣ ਦੇ ਲਈ। ਕਿਉਂਕਿ ਜ਼ਰੂਰਤਮੰਦ ਹੀ ਲਗਭਗ ਬੰਦਾ ਆਉਂਦਾ ਹੁੰਦਾ ਜਿਹਨੂੰ ਜ਼ਰੂਰਤ ਹੁੰਦੀ ਹੈ, ਤਾਂ ਜੇ ਉਹਨਾਂ ਦੀ ਸਮੱਸਿਆ ਜੇ ਸੁਲਝਾ ਦਿੱਤੀ ਜਾਵੇ। ਇਹ ਇੱਕ ਮੈਂ ਸਮਝਦਾ ਹੁੰਦਾ ਜੇ ਜਿਵੇਂ ਤੁਸੀਂ ਗੱਲ ਕਰਦੇ ਆ ਕਿ ਕੋਸ਼ਿਸ਼ ਕੀਤੀ ਜਾਂਦੀ ਕਿ ਉਹਨਾਂ ਨੂੰ ਬੈਠ ਕੇ ਹੀ ਦੋਨਾਂ ਧਿਰਾਂ ਨੂੰ ਵੀ ਉਹ ਮਸਲਾ ਹੱਲ ਕੀਤਾ ਜਾਵੇ, ਕਿਉਂਕਿ ਉਹਨਾਂ ਨੂੰ ਵੀ ਪਤਾ ਹੁੰਦਾ, ਤੁਸੀਂ ਵੀ ਜਾਣਦੇ ਹੋ, ਉਹ ਜਿਹੜਾ ਪ੍ਰੋਸੈਸ ਆ ਜਦੋਂ ਸ਼ੁਰੂ ਹੋ ਜਾਂਦਾ ਫਿਰ ਉਹਨਾਂ ਦਾ ਵੀ ਕੰਮ ਛੱਡ ਕੇ ਆਉਣਾ ਜਾਂ ਲੰਮਾ ਸਮਾਂ ਚੱਲ ਜਾਂਦਾ। ਕੋਸ਼ਿਸ਼ ਇਹ ਹੁੰਦੀ ਕਿ ਆਪਸੀ ਬੈਠ ਕੇ ਉਹ ਗੱਲਬਾਤ ਕੀਤੀ ਜਾਵੇ। ਭੈਣ ਜੀ ਉਹਨਾਂ ਨੂੰ ਚਾਹਾਂਗੇ ਕਿ ਜੇ ਕੋਈ ਸਰੋਤਾ ਵੀ ਅਗਰ ਜ਼ਰੂਰ ਵੀਰ ਜੀ, ਮੈਂ ਤੇ ਇੱਕ ਗੱਲ ਪੁੱਛਣਾ ਚਾਹੁੰਦੀ ਕਿ ਜਿਵੇਂ ਹੁਣ ਹੜ੍ਹ ਆਇਆ ਨਾ, ਕਿਸਾਨਾਂ ਦੀਆਂ ਟੋਟਲੀ ਫਸਲਾਂ ਖਰਾਬ ਹੋ ਗਈਆਂ, ਤਾਂ ਘਰ ਵੀ ਬਹੁਤ ਡਿੱਗੇ ਨੇ। ਜੇ ਫਸਲ ਵਾਸਤੇ ਮੁਆਵਜ਼ੇ ਦੇ ਲਈ ਉਹਨਾਂ ਨੇ ਕਰਨਾ ਹੋਵੇ, ਮਤਲਬ ਅਪੀਲ ਕੀਤੀ ਹੈ, ਮਿਲ ਨਹੀਂ ਰਿਹਾ, ਤਾਂ ਉਹਦੇ ਲਈ ਉਹ ਕੀ ਕਰ ਸਕਦੇ ਨੇ, ਕਿੱਥੇ ਅਪਰੋਚ ਕਰ ਸਕਦੇ ਨੇ? ਦੇਖੋ ਪਹਿਲਾਂ ਤਾਂ ਜਿਹੜਾ ਹੈ ਆਪਣੀ ਸਰਕਾਰ ਜਿਹੜੀ ਹੈ ਮੁਆਵਜ਼ਾ ਨਿਰਧਾਰਿਤ ਕਰੇਗੀ ਕਿ ਅਸੀਂ ਆ ਫਸਲ ਦਾ ਇੰਨਾ ਮੁਆਵਜ਼ਾ ਦੇਣਾ ਹੈ, ਠੀਕ ਹੈ। ਉਹ ਤੋਂ ਬਾਅਦ ਸਰਕਾਰ ਜਿਹੜੀ ਹੈ ਹਰ ਜ਼ਿਲ੍ਹੇ ਦੇ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੂੰ, ਡੀਸੀ ਸਾਹਿਬ ਨੂੰ ਪਾਵਰਸ ਦਿੰਦੀ ਹੈ ਕਿ ਤੁਸੀਂ ਇਹ ਮੁਆਵਜ਼ਾ ਜਿਹੜਾ ਡਿਸਬਰਸ ਕਰਨਾ ਹੈ, ਲੋਕਾਂ ਨੂੰ ਦੇਣਾ ਹੈ। ਜੇ ਉਹ ਮੁਆਵਜ਼ਾ ਉਹ ਜੈਨੂਇਨ ਲੋਕਾਂ ਨੂੰ ਨਹੀਂ ਮਿਲ ਰਿਹਾ ਤਾਂ ਉਹ ਸਾਡੇ ਤੱਕ ਅਪਰੋਚ ਕਰ ਸਕਦੇ ਨੇ। ਅਸੀਂ ਉਹ ਮੁਆਵਜ਼ਾ ਜਿਹੜਾ ਸਰਕਾਰ ਨੇ ਆਲਰੇਡੀ ਡਿਸਾਈਡ ਕਰਤਾ, ਉਸ ਨੂੰ ਦਿਵਾਉਣ 'ਚ ਅਸੀਂ ਉਹਨਾਂ ਦੀ ਹੈਲਪ ਕਰ ਸਕਦੇ ਹਾਂ। ਕਿਉਂਕਿ ਗੱਲ ਜਿਵੇਂ ਭੈਣ ਜੀ ਉਹਨਾਂ ਨੇ ਕੀਤੀ ਹੈ ਕਿ ਉਹ ਤੇ ਜੋ ਸਾਰਿਆਂ ਦੇ ਨਾਲ ਹੋ ਰਿਹਾ, ਉਸੇ ਜੇ ਕਿਸੇ ਨੂੰ ਨਹੀਂ ਮਿਲ ਰਿਹਾ ਜਾਂ ਉਹਦੀ ਮਦਦ ਕੀਤੀ ਜਾ ਸਕਦੀ। ਜੇ ਕਹੀਏ ਕਿ ਆਪਾਂ ਜੇ ਹਾਲੇ ਤੱਕ ਕੋਈ ਉਹਨਾਂ ਵੱਲੋਂ ਨਹੀਂ ਕਿਹਾ ਗਿਆ ਕਿ ਆਦੇਸ਼ ਨਹੀਂ ਕੋਈ ਆਇਆ ਤਾਂ ਪਰ ਜੇ ਆਪਾਂ ਕਹੀਏ ਫਿਰ ਆਪਾਂ ਕੇਸ ਲਾ ਲੈਣਾ, ਉਹ ਪੋਸੀਬਲ ਨਹੀਂ ਹੈ। ਜੀ ਜੀ ਲੋ ਆਪਾਂ ਸਰੋਤਿਆਂ ਨੂੰ ਵਿੱਚ ਪ੍ਰੋਗਰਾਮ ਚ ਲੈਣੇ ਆ। ਤੇ ਸਤਿ ਸ਼੍ਰੀ ਅਕਾਲ ਜੀ, ਪ੍ਰੋਗਰਾਮ 'ਚ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਮੈਂ ਸੁਲਤਾਨਪੁਰ ਤੋਂ ਬੋਲ ਰਿਹਾ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਪ੍ਰੋਗਰਾਮ ਸੁਣਿਆ ਸੀਗਾ ਤੇ ਮੈਂ ਇੱਕ ਜਾਣਕਾਰੀ ਚਾਹੁੰਦਾ, ਇੱਕ ਥੋੜੀ ਬਹੁਤ ਸਿੰਪਲ ਜੀ। ਜਦੋਂ ਕੋਰਟ ਕੇ ਸਭਾ ਸ਼ੁਰੂ ਕਰ ਦਿੰਦੇ ਹੈਗੇ ਆ ਜੀ, ਕਿੰਨੇ ਚਿਰ ਚ ਖਤਮ ਹੋ ਜਾਣਾ ਚਾਹੀਦਾ? ਘੱਟੋ ਘੱਟ ਕਿੰਨੇ ਚਿਰ ਚ ਉਹ ਕੇਸ ਖਤਮ ਹੋ ਜਾਣਾ ਚਾਹੀਦਾ? ਦੇਖੋ ਜੀ, ਕੇਸ ਖਤਮ ਕਰਨ ਦਾ ਇਦਾਂ ਐਸ ਸੱਚ ਕੋਈ ਮਿਨੀਮਮ ਟਾਈਮ ਪੀਰੀਅਡ ਨਹੀਂ ਹੈ। ਸਿਵਲ ਕੇਸਿਸ ਦੇ ਵਿੱਚ ਜਿਹੜਾ ਸਿਵਲ ਕਾਨੂੰਨ ਹੈ ਉਹ ਕਹਿੰਦਾ ਹੈ ਕਿ 3 ਮੌਕੇ ਦੇਣੇ ਨੇ ਇੱਕ ਪਾਰਟੀ ਨੂੰ ਗਵਾਹੀ ਕਰਾਉਣ ਦੇ, ਪਰ ਉਹ ਕਈ ਵਾਰ ਇਹ ਹੁੰਦਾ ਕਿ ਪਾਰਟੀਆਂ ਦੇ ਵਕੀਲ ਸਾਹਿਬ ਉਸ ਡੇਟ ਤੇ ਨਹੀਂ ਹੁੰਦੇ ਜਾਂ ਗਵਾਹ ਨਹੀਂ ਆਉਂਦਾ, ਤਾਂ ਫਿਰ ਮਜਬੂਰੀ 'ਚ ਜੱਜ ਸਾਹਿਬ ਨੂੰ ਅੱਗੇ ਡੇਟ ਦੇਣੀ ਪੈਂਦੀ ਹੈ। ਪਰ ਡਿਪੈਂਡਿੰਗ ਅਪਨ ਕਿ ਕਿਸੇ ਜੱਜ ਸਾਹਿਬ ਦੇ ਕੋਲੇ ਕਿੰਨੇ ਕੇਸ ਲੱਗੇ ਹੋਏ ਨੇ, ਮਿਨੀਮਮ 2-3 ਸਾਲ ਲੱਗ ਜਾਂਦੇ ਨੇ ਹਰ ਕੇਸ ਨੂੰ ਖਤਮ ਹੋਣ ਦੇ ਲਈ। ਪਰ ਮੇਰੇ ਖਿਆਲ ਨਾਲ ਜਿਸ ਮੇਰੀ ਜਾਣਕਾਰੀ ਹੈਗੀ ਆ ਵੀ ਕੋਰਟ ਕੇਸ ਕੋਈ ਇਹੋ ਜਿਹੇ ਕੇਸ ਹੈਗੇ ਜਿਹਨਾਂ 5-6 ਸਾਲ ਹੋ ਗਏ ਆ, ਪਰ ਉਹ ਰੱਖੀ ਕਰੇਗਾ ਜੀ। ਕਈ ਵਾਰੀ ਦੇਖੋ ਇਹ ਹੁੰਦਾ ਕਿ ਇੱਕ ਜੱਜ ਸਾਹਿਬ ਨੇ ਨੀਚੇ ਕੋਈ ਐਪਲੀਕੇਸ਼ਨ ਡਿਸਾਈਡ ਕੀਤੀ ਜੀ, ਦੂਜੀ ਪਾਰਟੀ ਜਿਹਦੇ ਹੱਕ ਦੇ ਵਿੱਚ ਉਹ ਐਪਲੀਕੇਸ਼ਨ ਨਹੀਂ ਹੋਈ, ਜਿਹਦੇ ਖਿਲਾਫ ਉਸ ਐਪਲੀਕੇਸ਼ਨ ਦਾ ਫੈਸਲਾ ਹੋਇਆ, ਉਹ ਪਰ ਆਨਰੇਬਲ ਹਾਈ ਕੋਰਟ ਕੋਲੇ ਚਲੀ ਜਾਂਦੀ ਹੈ, ਤਾਂ ਉੱਥੇ ਕਈ ਵਾਰੀ ਟਾਈਮ ਲੱਗ ਜਾਂਦਾ। ਕੋਈ ਰਿਵੀਜ਼ਨ ਕੀਤੀ ਐਪਲੀਕੇਸ਼ਨ ਦੀ, ਉੱਥੇ ਟਾਈਮ ਲੱਗ ਜਾਂਦਾ ਹੈ। ਕਈ ਵਾਰ ਉਹ ਫਾਈਨਲ ਫੈਸਲਾ ਨੀਚੇ ਸਟੇ ਕਰ ਦਿੰਦੇ ਨੇ ਕਿ ਨੀਚੇ ਜੱਜ ਸਾਹਿਬ ਇਹ ਫੈਸਲਾ ਨਹੀਂ ਸੁਣਾਉਣਗੇ ਜਿੰਨੀ ਦੇਰ ਤੱਕ ਉਹ ਐਪਲੀਕੇਸ਼ਨ ਫਾਈਨਲੀ ਡਿਸਾਈਡ ਨਹੀਂ ਹੁੰਦੀ। ਮਤਲਬ ਬਹੁਤ ਸਾਰੇ ਇਦਾਂ ਦੇ ਰੀਜ਼ਨਸ ਨੇ ਜਿਹਦੇ ਕਰਕੇ ਕੇਸ ਮਤਲਬ ਸਾਲਾਂ ਤੱਕ ਚੱਲਦੇ ਰਹਿੰਦੇ ਨੇ। ਅਦਰਵਾਈਜ਼ ਕਿਸੇ ਵੀ ਜੱਜ ਸਾਹਿਬ ਦੀ ਜਾਂ ਪਾਰਟੀ ਦਾ ਇਹੀ ਹੁੰਦਾ ਹੈ ਕਿ ਜਲਦੀ ਤੋਂ ਜਲਦੀ ਕੇਸ ਖਤਮ ਹੋਵੇ, ਤੇ ਕਿਉਂਕਿ ਜੱਜ ਸਾਹਿਬ ਕੋਲੇ ਵੀ ਕੇਸਾਂ ਦਾ ਬਹੁਤ ਪੈਂਡੈਂਸੀ ਹੁੰਦੀ ਹੈ, ਉਹਨਾਂ ਨੇ ਵੀ ਆਪਣੀ ਕੋਰਟ ਦੇ ਵਿੱਚੋਂ ਪੈਂਡੈਂਸੀ ਖਤਮ ਕਰਨੀ ਹੁੰਦੀ ਹੈ। ਜਦੋਂ ਕਦੀ ਕਰਦੇ ਠੀਕ ਹੈ, ਪਰ ਇਹਦੇ ਨਾਲ ਕੀ ਹੈ ਜੀ, ਜਦੋਂ ਮੈਂ ਆਮ ਤੌਰ ਤੇ ਗੱਲ ਕਰਾਂ ਕਿ ਡਿਵੋਰਸ ਦੇ ਕੇਸਿਸ ਹੈਗੇ ਜਿਹਦੇ ਕਿ ਤੁਸੀਂ ਤੋਂ ਪਹਿਲਾਂ ਗੱਲ ਕਰ ਰਹੇ ਸੀਗੇ, ਉਹਦੇ ਵਿੱਚ ਹੁੰਦਾ ਵੀ ਉਹਨਾਂ ਡਿਵੋਰਸ ਅਪਲਾਈ ਕੀਤਾ ਹੁੰਦਾ ਤੇ ਉਧਰੋਂ ਜਾਂ ਦੂਜੀ ਪਾਰਟੀ ਨਹੀਂ ਚਾਹੁੰਦੀ ਹੁੰਦੀ ਜਾਂ ਕਿਸੇ ਨੇ ਕਰ ਲਈ ਹੈ, ਤੇ ਉਹਦਾ ਵੀ ਦੋਨਾਂ ਦੀ ਭਾਵੇਂ ਜਿਹੜੇ ਨਹੀਂ ਚਾਹੁੰਦੀ ਹੈਗੀ ਜਾਂ ਜਿਹੜੀ ਖਰਾਬ ਪਾਰਟੀ ਕਰਨਾ ਚਾਹੁੰਦੀ ਹੈਗੀ, ਉਹਨੂੰ ਤਾਂ ਕੋਈ ਬਹੁਤਾ ਫਰਕ ਨਹੀਂ ਹੁੰਦਾ। ਜਿਹੜਾ ਦੂਸਰਾ ਬੰਦਾ ਹੈਗਾ ਉਹ ਖਰਾਬ ਹੋ ਰਿਹਾ ਹੁੰਦਾ, ਉਹਦੀ ਉਮਰ ਲੰਘਦੀ ਜਾਂਦੀ ਹੈ, ਕਿਉਂਕਿ ਕਿਸੇ ਪਾਸੇ ਇਹ ਬਿਲਕੁਲ ਠੀਕ ਹੈ ਜੀ ਤੁਹਾਡੀ ਗੱਲ। ਕਈ ਵਾਰ ਪਾਰਟੀਆਂ ਦਾ ਮੁੱਦਾ ਹੀ ਇਹ ਹੁੰਦਾ ਕਿ ਦੂਜੀ ਪਾਰਟੀ ਨੂੰ ਹਰਾਸ ਕਰਨਾ ਹੈ ਅਸੀਂ, ਪਰ ਉਹਦੇ ਚ ਜੱਜ ਸਾਹਿਬ ਜਾਂ ਕੋਰਟ ਨੇ ਕੁਝ ਨਹੀਂ ਕਰਨਾ ਹੁੰਦਾ, ਕਿਉਂਕਿ ਜੇ ਉਹ ਆਪਸ ਚ ਸਹਿਮਤੀ ਨਾਲ ਡਾਈਵੋਰਸ ਲੈਣਗੇ ਤਾਂ 6 ਮਹੀਨਿਆਂ ਦੇ ਵਿੱਚ ਉਹਨਾਂ ਦਾ ਤਲਾਕ ਹੋ ਜਾਂਦਾ ਹੈ। ਸਿਰਫ 2 ਬਿਆਨ ਹੋਣੇ ਹੁੰਦੇ ਨੇ। ਜੇ ਆਪਣੀ ਸਹਿਮਤੀ ਨਾਲ ਲੈਂਦੇ ਹੋਵੇ ਤਾਂ 6 ਮਹੀਨੇ ਹੋ ਜੂਗਾ। ਹਾਂਜੀ, ਜਿਹੜਾ ਦੂਸਰਾ ਕਰਾਗਾ ਉਹਦੇ ਵਿੱਚ ਜਦੋਂ ਫਿਰ ਪਾਰਟੀ ਜਿਹੜੀ ਆ ਉਹ ਹਰਾਸ ਹੋਈ ਜਾਂਦੀ ਹੈ ਬਾਰ-ਬਾਰ, ਕਿਉਂਕਿ ਕੋਰਟ ਨੇ ਤਾਂ ਦੋਨੋਂ ਪਾਰਟੀਆਂ ਨੂੰ ਸੁਣ ਕੇ ਫੈਸਲਾ ਕਰਨਾ ਹੈ ਨਾ, ਇੱਕ ਪਾਰਟੀ ਦੀ ਗੱਲ ਸੁਣ ਕੇ ਨਹੀਂ ਕਰ ਸਕਦੀ ਕੋਰਟ ਫੈਸਲਾ। ਮੇਰਾ ਖਿਆਲ ਚਲੋ ਕੋਰਟ ਅੱਜ
ਬਿਲਕੁਲ ਸਹੀ ਹੈ ਵੀ ਇਹਦੀ ਲਿਮਟ ਹੋਣੀ ਚਾਹੀਦੀ ਹੈ ਮੇਰੇ ਹਿਸਾਬ ਨਾਲ ਤਾਂ ਹਰ ਕੇਸ ਦੀ ਲਿਮਿਟ ਹੋਣੀ ਚਾਹੀਦੀ। ਉਹਦੀ ਚ ਕਿੰਨਾ ਉਹਨਾਂ ਬੱਚਿਆਂ ਦਾ ਚਾਹੇ ਕੋਈ ਹੋਵੇ ਬੁੱਢਾ ਹੋਵੇ ਜਾਂ ਕੁੜੀ ਹੋਵੇ, ਉਹਦਾ ਕਿੰਨਾ ਨੁਕਸਾਨ ਹੋ ਰਿਹਾ ਹੁੰਦਾ ਹੈ ਤੇ ਕਿੰਨੇ ਜਾ ਕੇ ਉਹਨਾਂ ਦੀ ਜਿਹੜੀ ਲਾਈਫ ਆਈ ਦਾ ਸੈਟਲ ਹੋਊਗੀ, ਨਹੀਂ ਉਹਦੀ ਤਾਂ ਮੁੜ ਕੇ ਦੋਨੋਂ ਰੋਂਦੇ ਰਹਿਣਗੇ। ਅੱਛਾ, ਇਹਦੇ 'ਚ ਮੈਂ ਇੱਕ ਹੋਰ ਪੁੱਛਣਾ ਚਾਹੁੰਦਾ, ਇੱਕ ਤਰਫਾ ਵੀ ਤਲਾਕ ਦਾ ਹੁੰਦਾ ਪ੍ਰੋਵੀਜ਼ਨ? ਜੇ ਆਪਾਂ ਦੂਸਰੀ ਪਾਰਟੀ, ਜਿਵੇਂ ਉਹਨਾਂ ਨੇ ਕਿਹਾ ਕਿ ਇੱਕ ਪਾਰਟੀ ਹਰਾਸ਼ ਕਰ ਰਹੀ ਹੈ, ਜੋ ਉਹ ਕਹਿ ਰਹੀ ਹੈ ਕਿ ਆਪੇ ਹੀ ਫਸੇ ਰਹਿਣਗੇ, ਇਹ ਵੀ ਨਹੀਂ ਵਿਆਹ ਹੋਊਗਾ ਤੇ ਮੈਂ ਤੇ ਆਪਣੇ ਕਮਾ ਰਿਹਾ ਜਾਂ ਮੈਂ ਆਪਣਾ ਖਾ ਰਿਹਾ ਜਾਂ ਮੈਨੂੰ ਤੇ ਕੋਈ ਇੰਨੀ ਜ਼ਰੂਰਤ ਹੈ ਨਹੀਂ, ਇਹ ਘਰੇ ਬੈਠੀ ਆ ਜਾਂ ਇਹਦੇ ਕੋਲ ਖਰਚਾ ਵੀ ਨਹੀਂ ਹੈਗਾ। ਸਾਡੇ ਨਾਲ ਬਿਲਕੁਲ ਸਹੀ ਰਹਿਣੇ, ਪਰ ਸ਼ੁਰੂਆਤ ਵਿੱਚ ਇਹੋ ਗੱਲ ਹੀ ਕਹੀ ਸੀ। ਅੱਛਾ, ਉਹਦੇ ਵਿੱਚ ਜੇ ਹੈ ਇਸ ਤਰ੍ਹਾਂ ਦਾ ਕਾਨੂੰਨ ਦੇ ਵਿੱਚ ਵੀ ਜੇ ਇੱਕ ਇਨਸਾਨ ਚਾਹੁੰਦਾ ਕਰਨਾ ਤੇ ਦੂਸਰਾ ਨਹੀਂ ਫੈਸਲਾ ਕਰ ਰਿਹਾ, ਤਾਂ ਇੱਕ ਤਰਫਾ ਹੋ ਸਕਦਾ ਇਸ ਤਰ੍ਹਾਂ? ਨਹੀਂ, ਇੱਕ ਤਰਫਾ ਏਦਾਂ ਨਹੀਂ ਹੁੰਦਾ ਜੀ। ਜਦੋਂ ਇੱਕ ਪਾਰਟੀ ਨੇ ਸਪੋਜ਼ ਮੁੰਡੇ ਨੇ ਤਲਾਕ ਦਾ ਕੇਸ ਫਾਈਲ ਕਰਤਾ, ਕੋਰਟ ਕੁੜੀ ਨੂੰ ਨੋਟਿਸ ਭੇਜੂਗੀ ਪਹਿਲਾਂ, ਠੀਕ ਹੈ। ਜੇ ਕੁੜੀ ਨੂੰ ਨੋਟਿਸ ਸਰਵ ਹੋ ਗਿਆ, ਉਹਨੇ ਸਾਈਨ ਕਰਕੇ ਸਮਨ ਤੇ ਵਾਪਸ ਭੇਜਦਾ ਕਿ ਹਾਂ ਮੈਂ ਆ ਜਾਊਂਗੀ ਤਰੀਕ ਤੇ, ਪਰ ਉਹ ਅਗਲੀ ਤਰੀਕ ਤੇ ਕੋਰਟ ਦੇ ਵਿੱਚ ਨਹੀਂ ਆਉਂਦੀ, ਤਾਂ ਫਿਰ ਇੱਕ ਤਰਫਾ ਫੈਸਲਾ ਡਿਵੋਰਸ ਦਾ ਹੋ ਜਾਂਦਾ। ਜਦੋਂ ਕੁੜੀ ਨੇ ਇੱਕ ਵਾਰੀ ਕੋਰਟ 'ਚ ਆ ਗਈ, ਉਹਦੇ ਵਕੀਲ ਸਾਹਿਬ ਨੇ ਜਵਾਬ ਦਿੱਤਾ, ਫਿਰ ਉਹ ਇੱਕ ਤਰਫਾ ਨਹੀਂ ਹੁੰਦਾ। ਜੇ ਉਹ ਪੇਸ਼ੀਆਂ ਤੇ ਹਰ ਪੇਸ਼ੀ ਤੇ ਉਹਨਾਂ ਦਾ ਵਕੀਲ ਸਾਹਿਬ ਜਿਹੜੇ ਨੇ ਉਹ ਆਉਂਦੇ ਰਹਿੰਦੇ ਨੇ, ਫਿਰ ਕੋਰਟ ਨੂੰ ਦੋਨੋਂ ਪਾਸਿਆਂ ਦੀ ਗਵਾਹੀ ਲੈ ਕੇ, ਮੁੰਡੇ ਦੀ ਵੀ ਗਵਾਹੀਆਂ ਲੈ ਕੇ, ਕੁੜੀ ਦੇ ਪਾਸੇ ਦੀ ਸਾਈਡ ਵਾਲੀਆਂ ਵੀ ਗਵਾਹੀਆਂ ਲੈ ਕੇ, ਫਿਰ ਉਹਨੂੰ ਮੈਰਿਟਸ ਤੇ ਹੀ ਡਿਸਾਈਡ ਕਰਨਾ ਹੁੰਦਾ ਹੈ ਜੀ। ਅੱਛਾ, ਇਹ ਇੱਕ ਆਪਸ਼ਨ ਹੈ। ਜੇ ਦੀਦੀ ਇੱਕ ਚੀਜ਼ ਇੱਥੇ ਮੈਂ ਹੋਰ ਗੱਲ ਕਰਨੀ ਹੈ, ਜਿਵੇਂ ਮਤਲਬ ਉਹਨਾਂ ਨੇ ਸੰਮਨ ਭੇਜਿਆ ਨਾ, ਭਾਵ ਨੋਟਿਸ ਭੇਜਿਆ ਉਹਨਾਂ ਨੂੰ, ਜੇ ਉਸ ਪਰਿਵਾਰ ਤੱਕ ਉਹ ਲੈਟਰ ਪਹੁੰਚੇ ਨਾ, ਮਤਲਬ ਉਹਦਾ ਕੋਈ ਐਵੇਂ ਦਾ ਹੋਵੇ ਕਿ ਉਹ ਕੋਈ ਹੋਰ ਸਾਈਨ ਕਰ ਦੇਵੇ, ਉਹਦੇ ਤੱਕ ਉਹ ਲੈਟਰ ਨੋਟਿਸ ਪਹੁੰਚੇ ਨਾ, ਤਾਂ ਦੂਜੇ ਬਨੇ ਫਿਰ ਡਿਵੋਰਸ ਹੋ ਗਿਆ, ਤਾਂ ਫਿਰ ਉਹ ਤਾਂ ਵਿਚਾਰਾ ਕਿਸੇ ਪਾਸੇ ਵਿਦਾ ਨਹੀਂ ਹੋਗਾ। ਨਹੀਂ, ਉਹਦੇ ਚ ਲਾਅ ਦੇ ਵਿੱਚ ਪ੍ਰੋਵੀਜ਼ਨ ਹੈ, ਤੇ ਉਹ ਕੁੜੀ ਹੈ ਜਿਹੜੀ, ਸਪੋਜ਼ ਆਪਾਂ ਇਹ ਐਗਜ਼ਾਮਪਲ ਲੈ ਕੇ ਚੱਲਦੇ ਹਾਂ ਕਿ ਕੁੜੀ ਤੱਕ ਨੋਟਿਸ ਨਹੀਂ ਪਹੁੰਚਿਆ, ਕਿਸੇ ਹੋਰ ਨੇ ਸਾਈਨ ਕਰਕੇ ਉਹ ਇੱਕ ਤਰਫਾ ਹੋ ਗਿਆ ਉਹਦਾ, ਤੇ ਉਹ ਕੁੜੀ ਫਿਰ ਕੋਰਟ ਨੂੰ ਜਦੋਂ ਉਹਨੂੰ ਪਤਾ ਲੱਗਿਆ ਕਿ ਹਾਂ ਮੇਰਾ ਤਾਂ ਡਿਵੋਰਸ ਹੋ ਗਿਆ, ਉਹਨੂੰ ਪਤਾ ਹੀ ਨਹੀਂ, ਕਦੇ 5-6 ਮਹੀਨੇ ਬਾਅਦ ਉਹਨੂੰ ਪਤਾ ਲੱਗਿਆ ਕਿ ਮੇਰਾ ਤਾਂ ਇੱਕ ਤਰਫਾ ਡਿਵੋਰਸ ਵੀ ਲੈ ਲਿਆ ਉਹਨੇ, ਤਾਂ ਉਹ ਕੋਰਟ ਕੋਲੇ ਜਾ ਕੇ ਉਹ ਡਿਵੋਰਸ ਨੂੰ ਸੈਟ ਅਸਾਈਡ ਕਰਵਾ ਸਕਦੀ ਹੈ। ਕੋਰਟ ਉਹ ਜਿਹੜੀ ਡਿਕਰੀ ਹੈ ਉਹਨੂੰ ਖਾਰਿਜ ਕਰੂਗੀ ਤੇ ਕੁੜੀ ਅਪੀਅਰ ਹੋਊਗੀ ਦੁਬਾਰਾ, ਫਿਰ ਕੇਸ ਉਹ ਮੈਰਿਟਸ ਤੇ ਹੀ ਡਿਸਾਈਡ ਹੋਊਗਾ। ਅੱਛਾ, ਬਹੁਤ ਸਾਰੇ ਕਿਉਂਕਿ ਆਪਾਂ ਇਸ ਜਲੰਧਰ ਏਰੀਆ ਦੇ ਵਿੱਚ ਰਹਿੰਦੇ ਆ, NRI ਰਹਿੰਦੇ ਨੇ ਕਿ ਜਿਹੜੇ ਰਹਿੰਦੇ ਉੱਥੇ ਨੇ ਕਿ ਨੈਸ਼ਨੈਲਿਟੀ ਉਹਨਾਂ ਦੀ ਇੰਡੀਅਨ ਆ, ਤਾਂ ਜ਼ਾਹਿਰ ਜੀ ਗੱਲ ਹੈ ਜੇ ਇਸ ਤਰ੍ਹਾਂ ਦੀ ਕੋਈ ਸਮੱਸਿਆ ਬਾਹਰ ਵੀ ਆਉਂਦੀ ਆ ਤਾਂ ਉਹਨਾਂ ਨੂੰ ਇਸ ਕਾਨੂੰਨ ਦੀ ਮਦਦ ਲੈਣੀ ਪੈਂਦੀ ਹੈ। ਇਸ ਦੇ ਵਿੱਚ ਜੇ ਹੁਣ ਮੁੰਡਾ ਆ ਗਿਆ ਜਾਂ ਕੁੜੀ ਆ ਗਈ ਜਾਂ ਉਹਨੇ ਫਾਈਲ ਕਰ ਦਿੱਤਾ ਤੇ ਉਹ ਉਥੋਂ ਨਹੀਂ ਆ ਸਕਦੇ, ਉਸ ਆਪਸ਼ਨ ਦੇ ਵਿੱਚ ਕੀ ਹੋ ਸਕਦਾ ਜੀ? ਦੇਖੋ, ਜੇ ਤਾਂ ਕੰਟੈਸਟ ਕੀਤਾ ਤਾਂ ਉਹਨਾਂ ਨੂੰ ਗਵਾਹੀ ਦੇਣ ਲਈ ਆਉਣਾ ਪੈਣਾ, ਆਪਣੀ ਵਕੀਲ ਸਾਹਿਬ ਇੰਗੇਜ ਕਰਨੇ ਪੈਣੇ ਨੇ। ਜੇ ਉਹ ਕਹਿੰਦੇ ਨੇ ਕਿ ਸਪੋਜ਼ ਮੁੰਡਾ ਉੱਧਰ ਬੈਠਾ, ਕੁੜੀ ਇੱਧਰ ਹੈ, ਕੁੜੀ ਕਹਿੰਦੀ ਹੈ ਕਿ ਅਸੀਂ ਡਿਵੋਰਸ ਲੈਣਾ ਹੈ, ਤਾਂ ਉਹ ਫਿਰ ਆਪ ਵੀ ਆ ਸਕਦਾ ਹੈ ਜਾਂ ਫਿਰ ਆਪਣੇ ਕਿਸੇ ਅਟਾਰਨੀ ਨੂੰ ਵੀ ਆਥੋਰਾਈਜ਼ ਕਰ ਸਕਦਾ ਹੈ ਕਿ ਮੈਂ ਵੀ ਰੈਡੀ ਹਾਂ, ਤਾਂ ਮਿਊਚੁਅਲ ਕੰਸੈਂਟ ਨਾਲ ਦੋਨਾਂ ਦਾ ਡਿਵੋਰਸ ਹੋ ਜਾਂਦਾ। ਜੀ ਜੀ। ਤੇ ਤਾਂ ਸਾਹਿਬ ਕੋਈ ਹੋਰ ਸਵਾਲ ਕਰਨਾ ਚਾਹੁੰਦੇ ਹੋ? ਫੋਨ ਡਿਸਕਨੈਕਟ ਹੋ ਗਿਆ। ਅੱਛਾ, ਉਸ ਦੇ ਵਿੱਚ ਜਿਵੇਂ ਆਪਾਂ ਚਰਚਾ ਕਰ ਰਹੇ ਸੀ, ਕਿਉਂਕਿ ਜ਼ਿਆਦਾਤਰ ਜਿਵੇਂ ਤੁਸੀਂ ਵੀ ਗੱਲ ਕੀਤੀ ਹੈ ਕਿ ਡਿਵੋਰਸ ਕੇਸ ਦੇ ਉੱਤੇ ਜ਼ਿਆਦਾ ਜਿਸ ਤਰੀਕੇ ਦਾ ਹੁਣ ਮਾਹੌਲ ਹੀ ਇਸ ਤਰ੍ਹਾਂ ਦਾ ਬਣਿਆ, ਹਰ ਇੱਕ ਜੇ ਨਹੀਂ ਨਿਭਦੀ ਤੇ ਬਾਹਰਲੇ ਦੇਸ਼ਾਂ ਵਾਂਗੂ ਹੋ ਗਿਆ ਕਿ ਅਸੀਂ ਆਪਣੇ ਅਗਲੀ ਜ਼ਿੰਦਗੀ ਨੂੰ ਸ਼ੁਰੂਆਤ ਕਰ ਸਕੀਏ। ਤੇ ਹਾਲਾਂਕਿ ਪਹਿਲਾਂ ਤੋਂ ਹੀ ਬਜ਼ੁਰਗ ਜਾਂ ਘਰ ਦੇ ਕਹਿੰਦੇ ਹੁੰਦੇ ਨੇ ਕਿ ਵੀ ਸੁਭਾਅ ਤੇ ਬਦਲਦੇ ਨਹੀਂ ਹੁੰਦੇ, ਜਿਸ ਤਰੀਕੇ ਦੇ ਨਾਲ ਅਸੀਂ ਕਿਸੇ ਹੋਰ ਨਾਲ ਵੀ ਜਦੋਂ ਜ਼ਿੰਦਗੀ ਬਿਤਾਵਾਂਗੇ ਤੇ ਸਮੱਸਿਆਵਾਂ ਤਾਂ ਉਸ ਤਰ੍ਹਾਂ ਦੀਆਂ ਫਿਰ ਵੀ ਆਉਣ ਲੱਗ ਜਾਣਗੀਆਂ। ਤੇ ਕਾਉਂਸਲਿੰਗ ਜਿਵੇਂ ਤੁਸੀਂ ਕੀਤੀ, ਬਹੁਤ ਵਧੀਆ ਆਪਸ਼ਨ ਵੀ ਹੈ ਕਿ ਜਿਸ ਦੇ ਵਿੱਚ ਜੇ ਇੰਨੇ ਸਾਲ ਸਮਾਂ ਵੀ ਖਰਾਬ ਹੁੰਦਾ ਤੇ ਉਸ ਤੋਂ ਬਾਅਦ ਵੱਖ ਵੀ ਹੁੰਦੇ ਤੇ ਬੱਚਿਆਂ ਦੇ ਬਹੁਤ ਪ੍ਰਭਾਵ ਪੈਂਦਾ। ਬੱਚਿਆਂ ਦਾ ਅਗਰ ਹੁੰਦਾ ਇਸ ਤਰੀਕੇ ਦੇ ਨਾਲ, ਅਗਰ ਹੋ ਵੀ ਜਾਂਦਾ ਦੋਨਾਂ ਦੀ ਸਹਿਮਤੀ ਦੇ ਨਾਲ ਤਲਾਕ, ਤਾਂ ਬੱਚਿਆਂ ਕਿਸ ਕੋ ਰਹਿਣੇ ਜਾਂ ਕਿਸ ਤੋਂ ਨਹੀਂ ਰਹਿਣੇ, ਉਸ ਦੀ ਕਿਸ ਤਰੀਕੇ ਦੇ ਨਾਲ ਡਿਸਾਈਡ ਹੁੰਦਾ? ਜਦੋਂ ਉਹ ਮਿਊਚੁਅਲ ਕੰਸੈਂਟ ਦੇ ਨਾਲ, ਸਹਿਮਤੀ ਦੇ ਨਾਲ ਤਲਾਕ ਲੈਂਦੇ ਨੇ, ਤਾਂ ਉਹਦੇ ਚ ਟਰਮਸ ਐਂਡ ਕੰਡੀਸ਼ਨਸ ਲਿਖਦੇ ਨੇ ਕਿ ਬੱਚਾ ਕਿਹਦੇ ਕੋਲੇ ਰਹੂਗਾ, ਠੀਕ ਹੈ। ਜਿਵੇਂ ਸਪੋਜ਼ ਉਹ ਡਿਸਾਈਡ ਕਰਦੇ ਨੇ ਕਿ ਬੱਚਾ ਮਦਰ ਦੇ ਕੋਲੇ ਰਹੂਗਾ, ਤੇ ਫਿਰ ਫਾਦਰ ਵੀ ਇਹ ਦੱਸਦਾ ਕਿ ਮੈਂ ਬੱਚੇ ਦਾ ਇੰਨਾ ਖਰਚਾ ਮੈਂ ਕਰੂੰਗਾ, ਕੱਲ ਨੂੰ ਜੇ ਬੱਚੇ ਨੇ ਬਾਹਰ ਜਾਣਾ ਤਾਂ ਇੰਨੇ ਪੈਸੇ ਮੈਂ ਦਊਂਗਾ, ਜਾਂ ਮੈਂ FD ਕਰਵਾ ਰਿਹਾ ਬੱਚੇ ਦੇ ਨਾਮ ਤੇ, ਜਾਂ ਮੈਂ ਬੱਚੇ ਦੇ ਨਾਮ ਤੇ ਪ੍ਰਾਪਰਟੀ, ਕਿਉਂਕਿ ਬੱਚੇ ਦਾ ਫਿਊਚਰ ਸਿਕਿਉਰ ਕਰਨਾ ਇਜ਼ ਦਾ ਮੋਸਟ ਇੰਪੋਰਟੈਂਟ ਥਿੰਗ ਹੈ ਨਾ। ਜੇ ਪੇਰੈਂਟਸ ਅਲੱਗ ਹੋ ਗਏ ਤਾਂ ਬੱਚੇ ਦਾ ਤਾਂ ਕੋਈ ਕਸੂਰ ਨਹੀਂ ਹੈ ਇਹਦੇ ਵਿੱਚ। ਤੇ ਉਹ ਜਦੋਂ ਸਾਰੀਆਂ ਟਰਮਸ ਐਂਡ ਕੰਡੀਸ਼ਨਸ ਉਹਨਾਂ ਦੀਆਂ ਸੈਟਲ ਹੋ ਜਾਂਦੀਆਂ ਨੇ, ਫਿਰ ਹੀ ਉਹਨਾਂ ਦਾ ਮਿਊਚੁਅਲ ਕੰਸੈਂਟ ਦੇ ਨਾਲ ਡਿਵੋਰਸ ਹੁੰਦਾ ਹੈ। ਅੱਛਾ, ਇਹ ਵੀ ਆਪਸੀ ਫੈਸਲੇ ਦੇ ਨਾਲ ਹੀ ਹੋਣਾ ਕਿ ਬੱਚੇ ਕਿਹਦੇ ਕੋਲ ਹੋਣਗੇ, ਵੀ
ਇਸ ਦੇ ਵਿੱਚ ਇਹ ਨਹੀਂ ਦੇਖਿਆ ਜਾਂਦਾ ਕਿ ਕਿਹੜਾ ਉਹਨਾਂ ਨੂੰ ਕੈਪੇਬਲ ਹੈਗਾ ਪਾਲਣ ਦੇ ਜਾਂ ਉਹਨਾਂ ਦਾ ਖਰਚਾ ਚੁੱਕਣ ਦੇ? ਜੇ ਤਾਂ ਮਿਊਚੁਅਲ ਕੰਸੈਂਟ ਦੇ ਨਾਲ ਡਾਈਵੋਰਸ ਲੈਂਦੇ ਨੇ ਤਾਂ ਫਿਰ ਉਹ ਬੱਚੇ ਦੀ ਕਸਟਡੀ ਦਾ ਵੀ ਮਿਊਚੁਅਲੀ ਡਿਸਾਈਡ ਕਰਨਗੇ। ਜੇ ਉਹ ਕੰਟੈਸਟ ਕਰਦੇ ਨੇ, ਲੜਕੇ ਕੋਰਟ ਦੇ ਵਿੱਚ ਲੜ ਰਹੇ ਨੇ ਡਾਈਵੋਰਸ ਲੈਣ ਲਈ, ਤਾਂ ਫਿਰ ਕੋਰਟ ਨੂੰ ਇੱਕ ਦੇਖਣਾ ਪੈਂਦਾ ਹੈ ਕਿ ਬੱਚੇ ਦਾ ਜਿਹੜੇ ਵੈਲਫੇਅਰ ਕਿੱਥੇ ਹੈ। ਜੇ ਸਪੋਜ਼ ਮਦਰ ਕਮਾ ਨਹੀਂ ਰਹੀ ਤੇ ਫਾਦਰ ਕਮਾ ਰਿਹਾ ਹੈ, ਤਾਂ ਕਈ ਵਾਰ ਕੋਰਟ ਇਹ ਦੇਖਦੀ ਹੈ ਕਿ ਬੱਚਾ ਫਾਦਰ ਦੇ ਕੋਲੇ ਜ਼ਿਆਦਾ ਸੇਫ ਹੈ ਕਿ ਬੱਚਾ ਮਦਰ ਦੇ ਕੋਲੇ ਜ਼ਿਆਦਾ ਸੇਫ ਹੈ, ਜਾਂ ਕਈ ਵਾਰ ਕੋਰਟ ਬੱਚੇ ਨੂੰ, ਜੇ ਬੱਚਾ ਦੱਸਣ ਦੇ ਯੋਗ ਹੈਗਾ, ਇੰਨੀ ਕੋਈ ਉਮਰ ਹੈਗੀ ਹੈ, ਹਾਂ, ਤਾਂ ਉਹ ਬੱਚੇ ਨੂੰ ਵੀ ਪੁੱਛਦੇ ਨੇ ਕਿ ਤੂੰ ਕਿਹਦੇ ਕੋਲੇ ਰਹਿਣਾ ਚਾਹੁੰਦਾ ਹੈ। ਇਹ ਸਾਰਾ ਕੁਝ ਦੇਖ ਕੇ ਫਿਰ ਉਹਦੀ ਕਸਟਡੀ ਡਿਸਾਈਡ ਹੁੰਦੀ ਹੈ। ਅੱਛਾ, ਜਿਵੇਂ ਆਪਣੇ ਸਰੋਤਿਆਂ ਨੇ ਵੀ ਗੱਲ ਕੀਤੀ ਸੀ ਕਿ ਪ੍ਰੋਸੈਸ ਕਈ ਵਾਰ ਬਹੁਤ ਲੰਮਾ ਚੱਲ ਜਾਂਦਾ, ਕਿ ਜਦੋਂ ਕੇਸ ਫਾਈਲ ਹੁੰਦਾ ਤਾਂ ਉਸ ਦੇ ਵਿੱਚ ਬਹੁਤ ਸਾਰੇ ਗਵਾਹ ਹੁੰਦੇ ਨੇ, ਬਹੁਤ ਸਾਰੇ ਆਪਣੇ ਕੋਲ ਸਬੂਤ ਹੁੰਦੇ ਨੇ। ਅਗਰ ਉਹ ਸਹੀ ਟਾਈਮ ਦੇ ਉੱਤੇ ਆਪਾਂ ਪੇਸ਼ ਕਰ ਦਿੰਦੇ ਆ ਜਾਂ ਇੱਕ ਦੋ ਸਿਟਿੰਗਸ ਦੇ ਵਿੱਚ, ਕਿ ਜਲਦੀ ਫੈਸਲਾ ਹੋ ਜਾਂਦਾ, ਜਾਂ ਕਈ ਵਾਰ ਬਹੁਤ ਵਾਰੀ ਵੇਖਿਆ ਜਾਂਦਾ, ਜਾਂ ਕਿਉਂਕਿ ਤੁਸੀਂ ਤਾਂ ਉਸ ਦੇ ਵਿੱਚ ਰੋਜ਼ਾਨਾ ਉਸ ਨੂੰ ਡੀਲ ਕਰਨੇ ਹੋ, ਇਸ ਤਰ੍ਹਾਂ ਹੁੰਦਾ ਕਿ ਦੋਨਾਂ ਨੂੰ ਸੱਦਿਆ ਜਾਂਦਾ ਤੇ ਤਰੀਕ ਦੇ ਦਿੱਤੀ ਜਾਂਦੀ ਕਿ ਸੁਣਨ ਤੋਂ ਬਾਅਦ ਹੀ ਇਹ ਫੈਸਲਾ ਹੁੰਦਾ ਤਰੀਕ ਦਾ, ਜਾਂ ਕੋਈ ਕਮੀ ਰਹਿ ਜਾਂਦੀ ਤਾਂ ਹੀ ਤਰੀਕ ਹੁੰਦੀ? ਨਹੀਂ, ਆਪਾਂ ਜੋ ਟੀਵੀ 'ਚ ਦੇਖਦੇ ਆ ਨਾ, ਕੋਰਟ ਦੀਆਂ ਪ੍ਰੋਸੀਡਿੰਗਸ ਜਿਹੜੀਆਂ ਪ੍ਰੈਕਟੀਕਲੀ ਬਿਲਕੁਲ ਡਿਫਰੈਂਟ ਹੁੰਦੀਆਂ ਨੇ। ਜੀ, ਕਈ ਵਾਰ ਕਿਹਾ ਜਾਂਦਾ ਨਾ ਵੀ ਸ਼ਾਇਦ ਉਹ ਮਤ ਦੇਣ ਨੂੰ ਜਾਂ ਸਮਝਾਉਣ ਨੂੰ ਹੁੰਦਾ ਕਿ ਜੇ ਤੁਹਾਨੂੰ ਫੈਸਲਾ ਜਲਦੀ ਦੇ ਦਿੱਤਾ ਤੁਸੀਂ ਤਾਂ ਦੂਜੇ ਤੀਜੇ ਦਿਨ ਹੀ ਫਾਈਲ ਕਰ ਦੇਗਾ। ਨਹੀਂ, ਇਦਾਂ ਦਾ ਕੁਝ ਨਹੀਂ ਹੁੰਦਾ ਹੈਗਾ। ਕਈ ਕੇਸ ਹੁੰਦੇ ਨੇ ਜਿਹੜੇ ਜਲਦੀ, ਜਦੋਂ ਦੋਨੋਂ ਵਕੀਲ ਐਫੀਸ਼ੀਐਂਟ ਹੈਗੇ ਨੇ, ਉਹ ਪ੍ਰੋਪਰਲੀ ਆਪਣੀ ਗਵਾਹੀਆਂ, ਪਾਰਟੀਆਂ ਵੀ ਇੰਟਰਸਟਿਡ ਹੁੰਦੀਆਂ ਨੇ ਕਿ ਸਾਡਾ ਜਲਦੀ ਫੈਸਲਾ ਹੋ ਜਾਏ, ਤਾਂ ਜੱਜ ਸਾਹਿਬ ਬਿਨਾਂ ਗੱਲ ਤੋਂ ਡੇਟ ਨਹੀਂ ਦਿੰਦੇ ਹੈਗੇ। ਜਦੋਂ ਇੱਕ ਗਵਾਹ ਆਇਆ ਤਾਂ ਉਹਦੀ ਗਵਾਹੀ ਜੇ ਅੱਜ ਕੰਪਲੀਟ ਹੋ ਗਈ ਤਾਂ ਅਗਲੀ ਡੇਟ ਤੇ ਅਗਲਾ ਗਵਾਹ ਹੀ ਪੂਰਾ ਹੋ ਜਾਊਗਾ। ਫਿਰ ਜੇ ਹੁਣ ਅੱਜ ਵਾਲੇ ਪਹਿਲੇ ਗਵਾਹ ਨੂੰ ਹੀ ਉਹ ਅੱਧਾ ਕ੍ਰਾਸ ਨਹੀਂ ਕੀਤਾ, ਉਹਨੂੰ ਜ਼ੀਰਾ ਨਹੀਂ ਕੀਤੀ ਉਹਦੀ ਪੂਰੀ, ਤਾਂ ਫਿਰ ਅਗਲੀ ਡੇਟ ਜੱਜ ਸਾਹਿਬ ਨੂੰ ਦੇਣੀ ਹੀ ਪੈਣੀ ਹੈ ਉਹਦੇ ਲਈ। ਅੱਛਾ, ਇਸ ਦੇ ਵਿੱਚ ਜਿਹੜੇ ਸਰਕਾਰੀ ਵਕੀਲ ਦੀ ਕੋਈ ਭੂਮਿਕਾ ਹੁੰਦੀ? ਸਰਕਾਰੀ ਵਕੀਲ ਜੋ ਆਪਾਂ ਗੱਲ ਸੁਣਨੇ, ਟਰਮ ਸੁਣਨੇ, ਸਰਕਾਰੀ ਵਕੀਲ ਮਿਲਿਆ ਜਾਂ ਸਰਕਾਰੀ ਵਕੀਲ ਆਪਾਂ ਕਰ ਸਕਦੇ, ਉਸ ਦੇ ਲਈ ਕੀ ਕੰਡੀਸ਼ਨ ਹੁੰਦੀ ਹੈ, ਜਾਂ ਉਹ ਕਿਸ ਤਰੀਕੇ ਦੇ ਨਾਲ? ਜਿਹੜੇ ਕ੍ਰਿਮੀਨਲ ਕੇਸਿਸ ਹੁੰਦੇ ਨੇ, ਜਿਵੇਂ ਮਰਡਰ ਦਾ ਕੇਸ ਹੋ ਗਿਆ, ਰੇਪ ਕੇਸ ਹੋ ਗਿਆ, ਹਨਾ, ਜਾਂ ਐਨਡੀਪੀਐਸ ਦਾ ਕੇਸ ਹੋ ਗਿਆ, ਤਾਂ ਇਹਦੇ ਵਿੱਚ ਜਿਹੜੇ ਸਰਕਾਰੀ ਵਕੀਲ ਹੁੰਦੇ ਨੇ, ਉਹ ਪੀਪੀ ਹੁੰਦੇ ਨੇ ਜਾਂ ਡਿਪਟੀ ਡੀਏ ਸਭ ਹੁੰਦੇ ਨੇ, ਉਹ ਸਰਕਾਰ ਵੱਲੋਂ ਕੇਸ ਲੜਦੇ ਨੇ, ਕਿਉਂਕਿ ਅਪਰਾਧੀ ਤੇ ਕਰ ਨਹੀਂ ਸਕਦਾ। ਹਾਂਜੀ, ਹਾਂ। ਤੇ ਅਪਰਾਧੀਆਂ ਨੂੰ, ਜਿਵੇਂ ਮੈਂ ਤੁਹਾਨੂੰ ਦੱਸਿਆ, ਉਹਨਾਂ ਨੂੰ ਅਸੀਂ ਵਕੀਲ ਦਿੰਦੇ ਹਾਂ ਫ੍ਰੀ ਦੇ ਵਿੱਚ, ਡਿਸਟ੍ਰਿਕਟ ਲੀਗਲ ਸਰਵਿਸ ਅਥਾਰਟੀ ਵੱਲੋਂ ਉਹਨਾਂ ਨੂੰ ਵਕੀਲ ਦਿੱਤਾ ਜਾਂਦਾ ਹੈ। ਜਿਹੜੇ ਸਰਕਾਰੀ ਵਕੀਲ, ਹੁਣ ਤੱਕ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਸਰਕਾਰੀ ਵਕੀਲ ਹੈ, ਉਹ ਸਰਕਾਰ ਵੱਲੋਂ ਕੇਸ ਲੜਦਾ। ਜਿਹੜਾ ਕੰਪਲੇਨੈਂਟ ਹੈ, ਜਿਹਦਾ ਕਿਸੇ ਦਾ ਮਰਡਰ ਹੋਇਆ, ਉਹਦੇ ਫੈਮਿਲੀ ਮੈਂਬਰ ਜਿਹੜੇ ਕੰਪਲੇਨੈਂਟ ਨੇ, ਉਹ ਸਰਕਾਰੀ ਵਕੀਲ ਦੀ ਹੈਲਪ ਲੈ ਸਕਦੇ ਨੇ। ਉਹਨਾਂ ਦੀ ਗਵਾਹੀਆਂ ਉਹਨੇ ਤਿਆਰ ਕਰਵਾਉਣੀਆਂ ਨੇ, ਸਾਰਾ ਕੁਝ। ਇਹ ਆਈਓ ਦੀ, ਇਨਵੈਸਟੀਗੇਟਿੰਗ ਆਫੀਸਰ ਦੀ ਗਵਾਹੀ, ਡਾਕਟਰ ਦੀ ਗਵਾਹੀ, ਜਾਂ ਜਿਹੜੇ ਵਿਟਨੈਸਸ ਨੇ, ਆਈ ਵਿਟਨੈਸ, ਉਹਨਾਂ ਸਾਰਿਆਂ ਦੀ ਗਵਾਹੀ ਜਿਹੜੀ ਉਹ ਸਰਕਾਰੀ ਵਕੀਲ ਕਰਾਉਂਦਾ ਹੈ। ਤੇ ਜਿਹੜਾ ਦੋਸ਼ੀ ਹੁੰਦਾ ਹੈ, ਉਹਨੂੰ ਆਪਣਾ ਵਕੀਲ ਪ੍ਰਾਈਵੇਟ ਕਰਨਾ ਪੈਂਦਾ ਹੈ। ਪਰ ਜੇ ਉਹ ਬੰਦਾ ਜੇਲ੍ਹ ਦੇ ਵਿੱਚ ਹੈਗਾ, ਹਨਾ, ਤਾਂ ਫਿਰ ਉਹ ਡਿਸਟ੍ਰਿਕਟ ਲੀਗਲ ਸਰਵਿਸ ਅਥਾਰਟੀ ਤੋਂ ਸਾਡੇ ਤੋਂ ਫ੍ਰੀ ਦੇ ਵਿੱਚ ਵਕੀਲ ਲੈ ਸਕਦਾ। ਉਹਦੀ ਸਾਰੀ ਫੀਸ ਜਿਹੜੀ ਉਹ ਅਸੀਂ ਦੇਵਾਂਗੇ। ਜਿਹੜੇ ਉਹ ਸਰਕਾਰੀ ਵਕੀਲ ਸਰਕਾਰ ਵੱਲੋਂ ਕੇਸ ਲੜਦੇ ਨੇ, ਉਹਨਾਂ ਨੂੰ ਇੱਕ ਫਿਕਸਡ ਸੈਲਰੀ ਮਿਲਦੀ ਹੈ, ਉਹ ਸਰਕਾਰੀ ਮੁਲਾਜ਼ਮ ਹੁੰਦੇ ਨੇ। ਅੱਛਾ, ਉਸ ਅਪਰਾਧੀ ਜਿਹੜਾ ਪਾਇਆ ਗਿਆ, ਉਸ ਨੂੰ, ਉਹਦਾ ਵੀ ਫਿਰ ਤੁਸੀਂ ਜਦੋਂ ਸਰਕਾਰੀ ਵਕੀਲ ਜਾਂ ਵਕੀਲ ਦੇਣਾ ਤੁਸੀਂ ਫ੍ਰੀ ਦੇ ਵਿੱਚ, ਉਹਦਾ ਵੀ ਸਾਰਾ ਚੈੱਕ ਕੀਤਾ ਜਾਂਦਾ ਕਿ ਇੱਕ ਯੋਗ ਹੈ ਜਾਂ ਇਹ ਹੈ ਹੀ ਅਪਰਾਧੀ, ਜਾਂ ਇਸ ਨੂੰ ਬਚਾਉਣਾ, ਜਾਂ ਇਸ ਦੇ ਬਾਰੇ ਗੱਲ ਕਰਨਾ, ਜਾਂ ਇਸ ਦੇ ਵੱਲੋਂ ਗੱਲ ਕਰਨਾ ਕੋਈ ਹੈ ਸਹੀ, ਜਾਂ ਉਸ ਦੇ ਬਾਰੇ ਤੁਸੀਂ ਸਮਝਦੇ ਹੋ ਕਿ ਹਰ ਬੰਦੇ ਨੂੰ ਹੱਕ ਹੈ? ਹਰ ਬੰਦੇ ਨੂੰ ਹੱਕ ਹੈ। ਜਿਹੜਾ ਬੰਦਾ ਜੇਲ੍ਹ ਦੇ ਵਿੱਚ ਚਲਾ ਜਾਂਦਾ ਨਾ ਜੀ, ਚਾਹੇ ਉਹ ਚੋਰੀ ਕਰਕੇ ਗਿਆ, ਚਾਹੇ ਉਹ ਮਰਡਰ ਕਰਕੇ ਗਿਆ, ਮਤਲਬ ਬੇਸਿਕ ਕਾਨੂੰਨ ਇਹ ਹੈ ਕਿ ਜਿੰਨੀ ਦੇਰ ਕਿਸੇ ਬੰਦੇ ਨੂੰ ਸਜ਼ਾ ਨਹੀਂ ਮਿਲਦੀ, ਲਾਅ ਇਹ ਕਹਿੰਦਾ ਕਿ ਉਨੀ ਦੇਰ ਹਰ ਬੰਦਾ ਇਨੋਸੈਂਟ ਹੈ। ਠੀਕ ਹੈ, ਹੋ ਸਕਦਾ ਕੱਲ ਨੂੰ ਉਹ ਬਰੀ ਹੋ ਜਾਏ, ਪਰ ਜੇ ਆਪਾਂ ਜੇਲ੍ਹ ਦੇ ਵਿੱਚ ਬੈਠੇ ਬੰਦੇ ਦੀ ਕੋਈ ਪੈਰਵੀ ਕਰਨ ਵਾਲਾ ਹੀ ਨਹੀਂ ਹੈਗਾ ਉਹਦੀ, ਤਾਂ ਫਿਰ ਉਹ ਕਿਵੇਂ ਸਰਕਾਰ ਦੇ ਖਿਲਾਫ ਕਿਵੇਂ ਲੜੂਗਾ ਆਪਣਾ ਕੇਸ? ਸਰਕਾਰ ਵੱਲੋਂ ਤਾਂ ਪੀਪੀ ਸਾਹਿਬ ਹੈਗੇ ਨੇ, ਹਨਾ, ਡੀਏ ਹੈਗੇ ਨੇ, ਡਿਪਟੀ ਡੀਏ ਹੈਗੇ ਨੇ, ਤਾਂ ਇਸ ਲਈ ਇਹ ਇੱਕ ਕਾਨੂੰਨ ਦੇ ਵਿੱਚ ਇੱਕ ਪ੍ਰਾਵਧਾਨ ਬਣਾਇਆ ਹੋਇਆ ਇਹ ਕਿ ਜਿਹੜਾ ਬੰਦਾ ਜੇਲ੍ਹ ਦੇ ਵਿੱਚ ਬੈਠਾ ਹੈ, ਜੇ ਉਹ ਕਹਿੰਦਾ ਹੈ ਕਿ ਮੈਨੂੰ ਫ੍ਰੀ ਦੇ ਵਿੱਚ ਵਕੀਲ ਦਿਓ, ਤਾਂ ਅਸੀਂ ਉਹਨੂੰ ਦੇਵਾਂਗੇ, ਤਾਂ ਕਿ ਉਹਦਾ ਕੇਸ ਉਹ ਫ੍ਰੀ ਵਾਲਾ ਵਕੀਲ ਜਿਹੜੇ ਨੇ ਉਹ ਲੜਨ। ਅੱਛਾ, ਉਹ ਜਿਹੜਾ ਜੇਲ੍ਹ ਦੇ ਵਿੱਚ ਬੰਦ ਆ, ਉਹ ਫਿਰ ਅਪਰੋਚ ਕਿਵੇਂ ਕਰਦਾ ਤੁਹਾਡੇ ਤੱਕ? ਕਿ ਪੁਲਿਸ ਪੁੱਛ ਕੇ ਜਾਂਦੀ ਹੈ, ਜਾਂ ਤੁਹਾਨੂੰ ਜ਼ਰੂਰਤ ਹੈ, ਜਾਂ ਤੁਸੀਂ ਖੁਦ ਅਪਰੋਚ ਕਰਦੇ ਹੋ? ਦੇਖੋ, ਜਦੋਂ ਕਿਸੇ ਵੀ ਬੰਦੇ ਨੂੰ ਅਰੈਸਟ ਕਰਨਾ ਹੈ ਤਾਂ ਸਭ ਤੋਂ ਪਹਿਲਾਂ ਪੁਲਿਸ ਵਾਲਿਆਂ ਦੀ ਡਿਊਟੀ ਹੈ ਉਹਨੂੰ ਦੱਸਣ ਕਿ ਤੇਰਾ ਰਾਈਟ ਹੈ। ਜੇ ਤੇਰੇ ਕੋਲੇ ਪ੍ਰਾਈਵੇਟ ਵਕੀਲ ਨਹੀਂ ਹੈਗਾ ਤਾਂ ਤੂੰ ਡਿਸਟ੍ਰਿਕਟ ਲੀਗਲ ਸਰਵਿਸ ਅਥਾਰਟੀ ਕੋਲੇ ਜਾ ਕੇ, ਅਸੀਂ ਤੈਨੂੰ ਲੈ ਕੇ ਜਾਂਦੇ ਆ ਉੱਥੋਂ ਫ੍ਰੀ ਦੇ ਵਿੱਚ ਵਕੀਲ ਲੈ। ਜੇ ਉਹ ਪ੍ਰੀ ਅਰੈਸਟ ਜਾਂ ਅਰੈਸਟ ਸਟੇਜ ਤੇ ਨਹੀਂ ਦੱਸਦੇ, ਉਹਨੂੰ ਬੰਦਾ ਜੇਲ੍ਹ ਦੇ ਵਿੱਚ ਚਲਾ ਜਾਂਦਾ, ਰਿਮਾਂਡ ਵੀ ਮਿਲ ਗਿਆ ਉਹਦਾ, ਤਾਂ ਜੇਲ੍ਹ ਦੇ ਵਿੱਚ ਸਾਡੇ ਜਿਹੜੇ ਪੈਨਲ ਦੇ ਵਕੀਲ ਸਾਹਿਬ ਨੇ, ਅਸੀਂ ਪੀਰੀਓਡਿਕਲੀ ਉਹਨਾਂ ਨੂੰ ਭੇਜਦੇ ਹਾਂ ਆਪਣੀ ਜੇਲ੍ਹ। ਜਿਵੇਂ ਜਲੰਧਰ ਦੇ ਸਾਰੇ ਕੈਦੀ ਜਿਹੜੇ ਹੈਗੇ ਨੇ ਅੰਡਰ ਟ੍ਰਾਇਲਸ, ਉਹ ਕਪੂਰਥਲਾ ਜੇਲ੍ਹ ਦੇ ਵਿੱਚ ਬੰਦ ਨੇ,
ਤਾਂ ਅਸੀਂ ਉੱਥੇ ਕਪੂਰਥਲਾ ਜੇਲ੍ਹ ਦੇ ਵਿੱਚ ਆਪਣੇ ਐਡਵੋਕੇਟਸ ਨੂੰ, ਸਾਡੇ ਪੈਰਾਲੀਗਲ ਵਲੰਟੀਅਰਸ ਨੇ, ਉਹ ਟਾਈਮ ਟੂ ਟਾਈਮ ਜਾਂਦੇ ਰਹਿੰਦੇ ਨੇ, ਉੱਥੋਂ ਉਹਨਾਂ ਦੇ ਫਾਰਮ ਭਰ ਕੇ ਲੈ ਕੇ ਆਉਂਦੇ ਨੇ। ਜੀ ਜੇਲ੍ਹ ਦੇ ਵਿੱਚ ਜਾ ਕੇ ਉਹਨਾਂ ਨੂੰ ਦੱਸਦੇ ਨੇ ਕਿ ਜੇ ਕਿਸੇ ਕੋਲੇ ਵਕੀਲ ਨਹੀਂ ਹੈਗਾ, ਕਿਸੇ ਦੀ ਜ਼ਮਾਨਤ ਨਹੀਂ ਹੋਈ ਤਾਂ ਸਾਨੂੰ ਦੱਸੋ। ਉਹ ਦੱਸਦੇ ਨੇ, ਉਹਨਾਂ ਦੇ ਫਾਰਮ ਭਰ ਕੇ ਸਾਡੇ ਕੋਲੇ ਆਉਂਦੇ ਨੇ ਤੇ ਅਸੀਂ ਉਹਨਾਂ ਨੂੰ ਵਕੀਲ ਦਿੰਦੇ ਹਾਂ। ਅੱਛਾ, ਜਿਵੇਂ ਪੰਜਾਬ ਦਾ ਇੱਕ ਟ੍ਰੈਂਡ ਰਿਹਾ ਕਿ ਗੈਂਗਸਟਰ ਬਹੁਤ ਸੁਣਨ ਦੇ ਵਿੱਚ ਆਉਂਦੇ ਰਹੇ ਨੇ, ਬਹੁਤ ਸਾਰਿਆਂ ਨੂੰ ਧਮਕੀਆਂ, ਬਹੁਤ ਸਾਰਿਆਂ ਦੇ ਮਰਡਰ ਹੋਏ ਨੇ, ਬਹੁਤ ਸਾਰਿਆਂ ਦੀ ਲੁੱਟ ਹੁੰਦੀ ਹੈ, ਤਾਂ ਤੁਸੀਂ ਤਾਂ ਲਗਾਤਾਰ ਮੋਨੀਟਰ ਕਰਦੇ ਆ ਰਹੇ ਹੋ ਕਿ ਕਾਰਨ ਜਾਣਨਾ ਚਾਹੇ ਕਿ ਕਿਸ ਤਰੀਕੇ, ਕੀ ਕਾਰਨ ਹੁੰਦਾ ਹੈ ਕਿ ਕਿਵੇਂ ਇਹ ਇਸ ਤਰੀਕੇ ਨਾਲ ਜੁੜ ਜਾਂਦੇ ਨੇ, ਕਿਉਂਕਿ ਤੁਸੀਂ ਉਹਨਾਂ ਨਾਲ ਗੱਲਬਾਤ ਵੀ ਹੁੰਦੀ ਰਹਿੰਦੀ ਹੈ ਕਿ ਕਿਉਂਕਿ ਜਦੋਂ ਆਪਾਂ ਕਿਸੇ ਵੱਲੋਂ ਲੜਨਾ ਹੁੰਦਾ ਜਾਂ ਕਿਸੇ ਉਹਨਾਂ ਦਾ ਪੂਰੀ ਸਟੱਡੀ ਕਰਨੀ ਹੁੰਦੀ ਹੈ ਕਿ ਕਿਸ ਤਰੀਕੇ ਨਾਲ ਤੂੰ ਇਸ ਦਲਦਲ 'ਚ ਆਇਆ, ਤੇ ਕੀ ਕਾਰਨ ਲੱਗਦਾ ਹੁੰਦਾ ਕਿ ਇਹਨਾਂ ਦੀ ਪਰਿਵਾਰ ਵੱਲੋਂ ਕੋਈ ਸਿਚੁਏਸ਼ਨ ਇਸ ਤਰ੍ਹਾਂ ਦੀ ਹੋ ਜਾਂਦੀ ਜਾਂ ਸਰਕਲ ਇਸ ਤਰ੍ਹਾਂ ਦਾ ਹੋ ਜਾਂਦਾ, ਕੀ ਕਾਰਨ ਹੋ ਸਕਦਾ? ਮਤਲਬ ਉਹ ਹਰ ਬੰਦੇ ਦੀ ਸਿਚੁਏਸ਼ਨ ਨਾ ਡਿਫਰੈਂਟ ਹੁੰਦੀ ਹੈ, ਇਹ ਡਿਪੈਂਡ ਕਰਦਾ ਕੇਸ ਟੂ ਕੇਸ। ਕੋਈ ਬੰਦੇ ਹੁੰਦੇ ਨੇ ਮੁੰਡੇ, ਉਹਨਾਂ ਨੂੰ ਅੱਛਾ ਲੱਗਦਾ ਹੈ ਕਿ ਲੜਾਈ ਕਰਨੀ ਹੈ ਨਾ, ਕਈ ਹੁੰਦੇ ਨੇ ਕਿ ਅੰਡਰ ਕੰਪਲਸ਼ਨ ਉਹਨਾਂ ਦਾ ਮਾਹੌਲ ਇਦਾਂ ਦਾ ਹੁੰਦਾ ਹੈ। ਮਤਲਬ ਉਹਨਾਂ ਚੀਜ਼ਾਂ ਬਾਰੇ ਤਾਂ ਹੁਣ ਮੈਂ ਕੋਈ ਕਮੈਂਟ ਨਹੀਂ ਕਰ ਸਕਦੀ, ਕਿਉਂਕਿ ਹਰ ਬੰਦੇ ਦਾ ਆਪਣੀ ਪਰਸਨਲ ਚੁਆਇਸ ਹੈ ਕਿ ਉਹਨੇ ਆਪਣੀ ਲਾਈਫ ਦੇ ਵਿੱਚ ਕੀ ਕਰਨਾ ਹੈ, ਕੀ ਬਣਨਾ ਹੈ। ਜੀ ਅੱਛਾ, ਇੱਕ ਕਿਉਂਕਿ ਜਦੋਂ ਇਸ ਵਕਾਲਤ ਦੇ ਵਿੱਚ ਤਾਂ ਖਾਸ ਇਹ ਦੇਖਿਆ ਜਾਂਦਾ ਕਿ ਬੰਦੇ ਨੂੰ ਦੁਨੀਆਦਾਰੀ ਦਾ ਪਤਾ ਲੱਗਦਾ ਵੀ ਕਿੱਥੋਂ ਕਿਉਂਕਿ ਚੰਗੇ ਲੋਕਾਂ 'ਚ ਮਿਲਦੇ ਆ ਤਾਂ ਸਾਨੂੰ ਲੱਗਦਾ ਕਿ ਸੰਸਾਰ ਬੜਾ ਚੰਗਾ ਹੀ ਆ। ਜਦੋਂ ਤੁਸੀਂ ਅਪਰਾਧੀਆਂ ਨੂੰ ਦੇਖਣਾ ਜਾਂ ਉਹਨਾਂ ਦੀ ਸਟੋਰੀ ਸੁਣਨੇ ਹੋ ਇਸ ਤਰੀਕੇ ਦੇ ਨਾਲ, ਇਹਨੇ ਕੀਤਾ ਇਸ ਤਰੀਕੇ ਦੇ ਨਾਲ, ਤਾਂ ਮਨ ਦੇ ਵਿੱਚ ਇਸ ਤਰ੍ਹਾਂ ਵੀ ਆਉਂਦਾ ਵੀ ਕੀ ਸਿਚੁਏਸ਼ਨ ਬਣੀ ਹੋਊਗੀ ਜਿਹੜਾ ਉਹ ਇੱਥੋਂ ਤੱਕ ਪਹੁੰਚਿਆ। ਕਿ ਕਿਹਾ ਇਹ ਵੀ ਜਾਂਦਾ ਕਿ ਜਿਵੇਂ ਤੁਸੀਂ ਗੱਲ ਕੀਤੀ ਕਿ ਜਿੰਨੇ ਚਿਰ ਉਹਨਾਂ ਨੂੰ ਸਜ਼ਾ ਨਹੀਂ ਹੁੰਦੀ ਤੇ ਸਾਰੇ ਇਨੋਸੈਂਟ ਨੇ, ਕਿ ਪਹਿਲਾ ਥਾਟ ਇਹੀ ਹੁੰਦਾ ਕਿ ਇਹਦੀ ਪਹਿਲਾਂ ਪੂਰੀ ਜਾਂਚਿਆ ਜਾਵੇ ਕਿ ਕੀ ਵਾਕਿਆ ਹੀ ਇਹ ਫਸ ਰਿਹਾ ਵਾ ਜਾਂ ਇਹ ਫਸਾਇਆ ਜਾ ਰਿਹਾ, ਜੇ ਵਾਕਿਆ ਹੀ ਇਹ ਅਪਰਾਧੀ ਪੂਰੀ ਇਸ ਦੀ ਖੁਦ ਵੀ ਤਹਿਕੀਕਾਤ ਕੀਤੀ ਜਾਂਦੀ ਹੈ ਤਾਂ ਉਸ ਤੋਂ ਬਾਅਦ ਇਨਵੈਸਟੀਗੇਸ਼ਨ ਕਰਨਾ ਤਾਂ ਪੁਲਿਸ ਦਾ ਕੰਮ ਹੈ ਨਾ। ਪੁਲਿਸ ਨੇ ਕੇਸ ਤਿਆਰ ਕਰਕੇ ਚਲਾਨ ਜਦੋਂ ਕੋਰਟ ਦੇ ਵਿੱਚ ਪੇਸ਼ ਹੋ ਜਾਂਦਾ ਹੈ ਤਾਂ ਹੁਣ ਪੁਲਿਸ ਨੇ ਆਪਣੇ ਜਦੋਂ ਇਨਵੈਸਟੀਗੇਸ਼ਨ 'ਚ ਬਹੁਤ ਸਾਰੇ ਬੰਦਿਆਂ ਦੇ ਬਿਆਨ ਲਿਖੇ ਹੁੰਦੇ ਨੇ ਹਨਾ, ਉਹਨਾਂ ਨੂੰ ਆਈ ਵਿਟਨੈਸ ਸੀ, ਉਹਨਾਂ ਨੂੰ ਦੱਸਿਆ ਹੁੰਦਾ ਕਿ ਇਹ ਬੰਦੇ ਨੇ ਆਹ ਚੀਜ਼ ਦੇਖੀ, ਇਹਨੇ ਆਹ ਚੀਜ਼ ਦੀ ਗਵਾਹੀ ਦਊਗਾ। ਹੁਣ ਜਦੋਂ ਉਹ ਬੰਦਾ ਕੋਰਟ ਦੇ ਵਿੱਚ ਆ ਕੇ ਗਵਾਹੀ ਦਿੰਦਾ ਤਾਂ ਉਹ ਤੋਂ ਬਾਅਦ ਜਿਹੜੀ ਉਹਨੂੰ ਚੀਫ ਹੁੰਦਾ ਉਹਦਾ ਕ੍ਰਾਸ ਐਗਜ਼ਾਮੀਨੇਸ਼ਨ, ਜਿਹੜਾ ਦੋਸ਼ੀ ਦਾ ਵਕੀਲ ਪੁੱਛਦਾ ਉਹਨੂੰ ਸਵਾਲ ਕਿ ਤੂੰ ਸੱਚ ਬੋਲ ਰਿਹਾ ਹੈ ਕਿ ਝੂਠ ਬੋਲ ਰਿਹਾ ਹੈ, ਇਹਨਾਂ ਸਾਰੀਆਂ ਚੀਜ਼ਾਂ ਤੋਂ ਬਾਅਦ ਹੀ ਡਿਸਾਈਡ ਹੁੰਦਾ ਹੈ। ਮਤਲਬ ਜੇ ਓਰਲੀ ਕੋਈ ਆ ਕੇ ਮੇਰੇ ਜੱਜ ਸਾਹਿਬ ਨੇ ਕੋਈ ਰੋਣ ਲੱਗ ਜਾਏ ਕਿ ਨਹੀਂ ਜੀ ਮੈਨੂੰ ਤਾਂ ਫਸਾਇਆ, ਤਾਂ ਜੱਜ ਸਾਹਿਬ ਨਹੀਂ ਮੰਨਣਗੇ ਕਿਉਂਕਿ ਡਾਕੂਮੈਂਟ ਉਹਦੇ ਖਿਲਾਫ ਬੋਲ ਰਹੇ ਨੇ। ਕਈ ਵਾਰ ਇਹ ਕਿਹਾ ਜਾਂਦਾ ਕਿ ਸਾਨੂੰ ਕੁੱਟਿਆ ਗਿਆ, ਸਾਨੂੰ ਮਾਰਿਆ ਗਿਆ, ਫਿਰ ਸਾਨੂੰ ਡਰਾ ਕੇ ਮਨਵਾ ਲਿਆ ਗਿਆ। ਕਈ ਵਾਰ ਪੁਲਿਸ ਤੇ ਐਲੀਗੇਸ਼ਨ ਲੱਗ ਜਾਂਦੇ ਨੇ ਕਿ ਸਾਨੂੰ ਡਰਾ ਧਮਕਾ ਕੇ ਮਨਾ ਲਿਆ ਗਿਆ ਕਿ ਮੈਂ ਹੀ ਕੀਤਾ, ਕਹਿ ਦੇ ਤੂੰ। ਤੇ ਫਿਰ ਉਸ ਕੰਡੀਸ਼ਨ ਦੇ ਵਿੱਚ ਕੋਈ ਵਕੀਲ ਫਿਰ ਕੁਝ ਅੱਗੇ ਫਰਦਰ ਕੁਝ ਨਹੀਂ। ਇੱਥੇ ਮੈਂ ਇਹ ਦੱਸਣਾ ਚਾਹੁੰਦੀ ਹਾਂ ਕਿ ਇੰਡੀਅਨ ਐਵੀਡੈਂਸ ਐਕਟ ਦੇ ਅਕੋਰਡਿੰਗਲੀ ਪੁਲਿਸ ਅਫੀਸ਼ੀਅਲ ਦੇ ਸਾਹਮਣੇ ਦਿੱਤੇ ਹੋਏ ਕਨਫੈਸ਼ਨ ਦੀ ਮੰਨਣ ਦੀ ਕੋਈ ਵੈਲਿਊ ਨਹੀਂ ਹੈ ਕੋਰਟ ਦੇ ਵਿੱਚ। ਚਾਹੇ ਪੁਲਿਸ ਅਫੀਸ਼ੀਅਲਸ ਕੁੱਟ ਕੇ ਉਹਨੂੰ ਮਨਾ ਰਹੇ ਨੇ ਜਾਂ ਜਿਵੇਂ ਵੀ ਉਹ ਐਲੀਗੇਸ਼ਨ ਲਾ ਰਹੇ ਆ ਉਹਨਾਂ ਤੇ, ਤਾਂ ਕੋਰਟ ਇਸ ਚੀਜ਼ ਨੂੰ ਨਹੀਂ ਮੰਨਦੀ। ਅੱਛਾ, ਉਹਨਾਂ ਨੂੰ ਪ੍ਰੂਵ ਕਰਨਾ ਪਊਗਾ ਪੁਲਿਸ ਨੂੰ ਵੀ, ਤੇ ਜਿਹੜੇ ਆਪਣੇ ਪੀਪੀ ਹੈਗੇ ਨੇ ਸਰਕਾਰੀ ਵਕੀਲ, ਉਹਨਾਂ ਨੂੰ ਵੀ ਪ੍ਰੂਵ ਕਰਨਾ ਪਊਗਾ, ਗਵਾਹ ਲੈ ਕੇ ਆਣੇ ਪੈਣਗੇ ਕਿ ਹਾਂ ਇਹਨੇ ਦੇਖਿਆ ਸੀ ਇਹਨੂੰ ਆਹ ਕ੍ਰਾਈਮ ਕਰਦੇ ਹੋਏ। ਅੱਛਾ, ਜੇ ਉਹ ਕਹਿ ਵੀ ਦਿੰਦਾ ਕਿ ਮੈਥੋਂ ਇਹ ਹੋਇਆ ਵਾ ਤਦ ਵੀ ਉਹਨਾਂ ਨੂੰ ਪੁਲਿਸ ਅਫੀਸ਼ੀਅਲ ਦੇ ਸਾਹਮਣੇ ਕਨਫੈਸ਼ਨ ਦੀ ਕੋਈ ਵੈਲਿਊ ਨਹੀਂ ਹੈ। ਯਾਨੀ ਉਹ ਵੀ ਸਮਝਦੇ ਨੇ ਕਿਤੇ ਨਾ ਕਿਤੇ ਜੇ ਇਸ ਤਰੀਕੇ ਦੀ ਸਮੱਸਿਆ ਆ ਸਕਦੀ ਜੇ ਆਪਾਂ ਇਦਾਂ ਹੀ ਅਪਰਾਧੀਆਂ ਨੂੰ ਮਨਾ ਲਿੱਤਾ ਜਾਵੇ। ਦੇਖੋ, ਇੰਡੀਅਨ ਐਵੀਡੈਂਸ ਐਕਟ ਬਣਿਆ ਸੀ 1872 ਦੇ ਵਿੱਚ, ਉਦੋਂ ਵੀ ਉਹਨਾਂ ਦੇ ਮਾਈਂਡ 'ਚ ਐਪਰੀਹੈਂਸ਼ਨ ਸੀਗੀ ਕਿ ਇਦਾਂ ਦਾ ਇਹ ਫੋਰਸਫੁਲੀ ਕੁਝ ਕਰ ਸਕਦੇ ਨੇ ਹਨਾ, ਤਾਂ ਹੀ ਉਹਨਾਂ ਨੇ ਇੱਕ ਪ੍ਰੋਵੀਜ਼ਨ ਐਡ ਕੀਤੀ ਕਿ ਪੁਲਿਸ ਅਫੀਸ਼ੀਅਲਸ ਦੇ ਸਾਹਮਣੇ ਕਨਫੈਸ਼ਨ ਦੀ ਕੋਈ ਵੈਲਿਊ ਨਹੀਂ ਹੈ। ਅੱਛਾ, ਹਰ ਐਂਗਲ ਤੋਂ ਕਾਨੂੰਨ ਬਣਾਇਆ ਜਾਂਦਾ ਕਿ ਕੋਈ ਕਮੀ ਰਹਿ ਨਾ ਜਾਵੇ। ਕੁਝ ਲੱਗਦਾ ਹੁੰਦਾ ਕਾਨੂੰਨ ਦੇ ਵਿੱਚ ਤੁਹਾਨੂੰ, ਕਿਉਂਕਿ ਤੁਸੀਂ ਹਰ ਵਾਰ ਸਟੱਡੀ ਕਰਨੇ, ਕਿਉਂਕਿ ਜਾਂਚ ਪੜਤਾਲ ਪੂਰੀ ਹਰ ਵਾਰੀ ਨਵੀਂ ਕੁਛ ਨਾ ਕੁਛ ਚੀਜ਼ ਮਿਲਦੀ ਹੈ। ਕੁਝ ਲੱਗਦਾ ਹੁੰਦਾ ਕਿ ਆਉਣ ਵਾਲੇ ਸਮੇਂ 'ਚ ਕੁਝ ਸੋਧਾਂ ਦੀ ਲੋੜ ਹੁੰਦੀ ਹੈ ਕਾਨੂੰਨ ਦੇ ਵਿੱਚ, ਜਾਂ ਕਿਉਂਕਿ ਹਰ ਚੀਜ਼ ਅਪਡੇਟ ਹੋ ਰਹੀ ਆ। ਦੇਖੋ, ਕਾਨੂੰਨ ਦੇ ਵਿੱਚ ਤੁਸੀਂ ਪੜ੍ਹਦੇ ਹੋਗੇ ਸ਼ਾਇਦ, ਜਿਵੇਂ ਹਰ ਮਹੀਨੇ ਹਰ ਸਾਲ ਜਿਹੜੇ ਨੇ ਕਾਨੂੰਨ ਦੇ ਵਿੱਚ ਕੁਝ ਨਾ ਕੁਝ ਅਮੈਂਡਮੈਂਟਸ ਹੁੰਦੀਆਂ ਰਹਿੰਦੀਆਂ ਨੇ ਹਨਾ। ਇੰਡੀਅਨ ਪੀਨਲ ਕੋਡ ਜਿਹੜਾ ਹੈ 1860 ਦੇ ਵਿੱਚ ਬਣਿਆ, ਤੇ ਇਹਦੇ ਵਿੱਚ ਲੇਟੈਸਟ ਹੁਣ 2009-10 ਤੱਕ ਵੀ ਅਮੈਂਡਮੈਂਟਸ ਉਹ ਨਾਲ ਸੈਕਸ਼ਨ ਐਡ ਹੁੰਦੇ ਰਹਿੰਦੇ ਨੇ, ਜਿਵੇਂ ਜਿਵੇਂ ਸਰਕਾਰ ਨੂੰ ਲੱਗਦਾ ਹੈ ਕਿ ਹੁਣ ਉਦੋਂ ਦੀ ਸਿਚੁਏਸ਼ਨ ਡਿਫਰੈਂਟ ਸੀ, ਹੁਣ ਅੱਜਕੱਲ ਸਿਨੈਰੀਓ ਡਿਫਰੈਂਟ ਹੈ, ਆਹ ਆਫੈਂਸ ਐਡ ਕਰਨਾ ਤਾਂ ਉਹ ਨਾਲ ਐਡ ਕਰ ਦਿੰਦੇ ਨੇ। ਜਿਵੇਂ ਐਸਿਡ ਅਟੈਕ ਉਦੋਂ ਨਹੀਂ ਸੀ ਹੁੰਦੇ ਤਾਂ ਹੁਣ ਐਸਿਡ ਅਟੈਕ ਹੁੰਦੇ ਨੇ, ਤਾਂ ਉਹਨਾਂ ਨੇ ਇੱਕ ਐਸਿਡ ਅਟੈਕ ਦੀ ਪ੍ਰੋਵੀਜ਼ਨ ਐਡ ਕਰਤੀ ਹਨਾ। ਇਨਫੋਰਮੇਸ਼ਨ ਟੈਕਨੋਲੋਜੀ ਦੇ ਨਾਲ ਜਿਹੜੇ ਆਫੈਂਸ ਪਹਿਲਾਂ
ਨਹੀਂ ਸੀ ਹੁੰਦੇ ਕਿਉਂਕਿ ਕੰਪਿਊਟਰਸ ਨਹੀਂ ਸੀ। ਹੁਣ ਉਹ ਆਈਟੀ ਐਕਟ ਬਣਿਆ ਤੇ ਉਹਦੇ ਨਾਲ ਆਈਪੀਸੀ ਦੇ ਵਿੱਚ ਵੀ ਸਾਰੇ ਅਕੋਰਡਿੰਗਲੀ ਲਾਅ ਅਮੈਂਡ ਹੁੰਦਾ ਰਹਿੰਦਾ ਹੈ। ਅੱਛਾ, ਐਸਿਡ ਅਟੈਕ ਦੀ ਗੱਲ ਬਹੁਤ ਸਾਰੇ ਕੇਸ ਪੰਜਾਬ ਦੇ ਵਿੱਚ ਵੀ ਆਏ ਸਨ ਕਿ ਇਸ ਦੇ ਵਿੱਚ ਸਜ਼ਾ ਕੀ ਹੁੰਦੀ ਹੈ ਅਗਰ ਵਿਕਟਮ ਪਾਇਆ ਗਿਆ ਕਿ ਹਾਂ ਇਸਨੇ ਜਾਂ ਮੰਨ ਗਿਆ ਜਾਂ ਸਾਰੇ ਅਪਰਾਧੀ ਸਾਬਤ ਹੋ ਗਿਆ ਕਿ ਇਸਨੇ ਅਪਰਾਧ ਕੀਤਾ, ਉਹਦੀ ਫਿਰ ਸਜ਼ਾ ਕੀ ਹੁੰਦੀ? ਸਜ਼ਾ ਇਹਦੇ ਵਿੱਚ ਬਹੁਤ ਜ਼ਿਆਦਾ ਸਜ਼ਾ ਹੁੰਦੀ ਹੈਗੀ ਹੈ ਤੇ ਇਹ ਤੋਂ ਬਿਨਾਂ ਐਸਿਡ ਅਟੈਕ ਦੇ ਵਿੱਚ ਵੀ ਮੈਂ ਤੁਹਾਨੂੰ ਇੱਕ ਦੱਸਣਾ ਹੈ ਤੇ ਇੱਥੇ ਜਿਹੜਾ ਕੰਪਨਸੇਸ਼ਨ ਜਿਹੜਾ ਹੈਗਾ ਜਿਵੇਂ ਫਸਲਾਂ ਖਰਾਬ ਹੋ ਗਈਆਂ ਫਲੱਡ ਦੇ ਕਰਕੇ ਹੈ ਨਾ, ਤਾਂ ਉਹ ਕੰਪਨਸੇਸ਼ਨ ਦੇਣਾ ਹੈ ਸਰਕਾਰ ਨੇ ਦੇਣਾ ਹੈ। ਤੇ ਐਸਿਡ ਅਟੈਕ ਦੇ ਜਿਵੇਂ ਕਿਸੇ ਕੁੜੀ ਤੇ ਜਾਂ ਕਿਸੇ ਮੁੰਡੇ ਤੇ ਵੀ ਐਸਿਡ ਅਟੈਕ ਹੋਇਆ ਤਾਂ ਉਹਦਾ ਜਿਹੜਾ ਕੰਪਨਸੇਸ਼ਨ ਦੇਣਾ ਹੈ ਉਹ ਡਿਸਟ੍ਰਿਕਟ ਲੀਗਲ ਸਰਵਿਸ ਅਥਾਰਟੀ ਵੱਲੋਂ ਦਿੱਤਾ ਜਾਂਦਾ ਹੈ। ਅੱਛਾ, ਹਾਂਜੀ। ਤੇ ਕੋਈ ਵੀ ਜਿਹੜੀ ਐਸਿਡ ਅਟੈਕ ਦੀ ਵਿਕਟਿਮ ਹੈ ਉਹਦਾ ਪੂਰਾ ਟ੍ਰੀਟਮੈਂਟ ਜਿਹੜਾ ਹੈਗਾ ਉਹ ਫ੍ਰੀ ਹੁੰਦਾ ਹੈ। ਠੀਕ ਹੈ, ਕੋਈ ਹਸਪੀਟਲ ਉਹਨੂੰ ਮਨਾ ਨਹੀਂ ਕਰ ਸਕਦਾ ਹੈਗਾ। ਉਹਨਾਂ ਨੂੰ ਲਿਖਣਾ ਪੈਂਦਾ ਹੈ ਕਿ ਐਸਿਡ ਅਟੈਕ ਦੀ ਵਿਕਟਿਮ ਹੈ, ਇੱਕ ਸਰਟੀਫਿਕੇਟ ਦੇਣਾ ਪੈਂਦਾ ਨਾਲ, ਪੂਰਾ ਟ੍ਰੀਟਮੈਂਟ ਫ੍ਰੀ ਹੈ ਤੇ ਉਹਨੂੰ ਲੱਖਾਂ ਰੁਪਏ ਅਸੀਂ ਮੁਆਵਜ਼ਾ ਵੀ ਦਿੰਦੇ ਹਾਂ। ਅੱਛਾ, ਜਿਹਨੇ ਜਿਸਨੇ ਕੀਤਾ ਹੁੰਦਾ ਅਪਰਾਧ ਉਹਨਾਂ ਤੋਂ ਵੀ ਮੁਆਵਜ਼ਾ ਹਾਂ, ਉਹਨਾਂ ਤੋਂ ਵੀ ਜਦੋਂ ਉਹਨਾਂ ਨੂੰ ਸਜ਼ਾ ਹੁੰਦੀ ਹੈ ਤਾਂ ਜੱਜ ਸਾਹਿਬ ਉਹਨਾਂ ਨੂੰ ਫਾਈਨ ਪਾਉਂਦੇ ਨੇ ਤੇ ਉਹ ਜਿਹੜੇ ਜੁਰਮਾਨੇ ਦੀ ਅਮਾਉਂਟ ਕੁਝ ਉਹਨੂੰ ਕੰਪਨਸੇਸ਼ਨ ਵੀ ਦਿੱਤੀ ਜਾਂਦੀ ਹੈ ਤੇ ਉਸ ਅਮਾਉਂਟ ਤੋਂ ਬਿਨਾਂ ਵੀ ਅਸੀਂ ਡਿਸਟ੍ਰਿਕਟ ਲੀਗਲ ਸਰਵਿਸ ਅਥਾਰਟੀ ਵੱਲੋਂ ਉਹਨਾਂ ਨੂੰ ਮੁਆਵਜ਼ਾ ਦਿੰਦੇ ਹਾਂ। ਅੱਛਾ, ਲਾਸਟ ਦੇ ਵਿੱਚ ਇੱਕ ਸਵਾਲ ਹੈ ਕਿ ਕਾਫੀ ਮੇਰੇ ਹਿਸਾਬ ਨਾਲ ਕਿ ਜਿੰਨੀ ਜੋ ਸਰੋਤਿਆਂ ਦੇ ਸਵਾਲ ਸਨ ਆਪਾਂ ਗੱਲਬਾਤ ਲਗਭਗ ਕੀਤੀ ਹੈ। ਜਾਂਦੇ ਜਾਂਦੇ ਇੱਕ ਸਵਾਲ ਹੈ ਕਿ ਦੋ ਤਰ੍ਹਾਂ ਦੀ ਸਜ਼ਾ ਜਿਹੜੇ ਅਪਰਾਧੀ ਬਹੁਤ ਖਤਰਨਾਕ ਅਪਰਾਧੀ ਹੁੰਦੇ ਨੇ ਜਾਂ ਇਸ ਤਰ੍ਹਾਂ ਦੇ ਅਪਰਾਧ ਹੁੰਦੇ ਨੇ ਜਿਨ੍ਹਾਂ ਨੂੰ ਮਾਫ ਨਹੀਂ ਕੀਤਾ ਜਾ ਸਕਦਾ, ਇੱਕ ਉਮਰ ਕੈਦ ਦੀ ਹੁੰਦੀ ਹੈ, ਇੱਕ ਫਾਂਸੀ ਦੀ ਅਪੀਲ ਕੀਤੀ ਜਾਂਦੀ ਇਹਨੂੰ ਫਾਂਸੀ ਦੀ, ਕਿ ਇਹ ਦੋਨਾਂ ਦੇ ਵਿੱਚ ਥੋੜਾ ਜਿਹਾ ਡਿਫਰੈਂਟ ਕਿ ਫਾਂਸੀ ਹੁਣ ਇਸ ਵੇਲੇ ਇੰਡੀਅਨ ਕੋਰਟ ਦੇ ਵਿੱਚ ਹੈ ਹੁੰਦੀ ਹੈ ਕਈਆਂ ਨੂੰ ਕਿ ਕਿਹੜੇ ਕੇਸ ਦੇ ਵਿੱਚ ਹੁੰਦੀ ਹੈ, ਜਿਹੜੇ ਤਾਂ ਉਮਰ ਕੈਦ ਦੇ ਬਾਰੇ ਵੀ ਥੋੜਾ ਜਿਹਾ। ਬਿਲਕੁਲ ਜੀ, ਦੇਖੋ ਫਾਂਸੀ ਦੀ ਸਜ਼ਾ ਜਿਹੜੀ ਬਿਲਕੁਲ ਹੈਗੀ ਹੈ ਮਰਡਰ ਕੇਸਿਸ ਦੇ ਵਿੱਚ ਫੋਰ ਐਗਜ਼ਾਮਪਲ ਆਪਾਂ ਚੱਲੀਏ ਤਾਂ ਜਾਂ ਤਾਂ ਉੱਥੇ ਉਮਰ ਕੈਦ ਦੀ ਸਜ਼ਾ ਹੋਊਗੀ ਜਾਂ ਫਾਂਸੀ ਦੀ ਸਜ਼ਾ ਹੋਊਗੀ। ਪਰ ਇੰਡੀਅਨ ਲਾਅ ਕਹਿੰਦਾ ਕਿ ਰੇਅਰੈਸਟ ਆਫ ਰੇਅਰ ਕੇਸਿਸ ਜਿੱਥੇ ਬਹੁਤ ਜ਼ਿਆਦਾ ਕੋਈ ਪੰਜਾਬੀ ਚ ਉਹਨੂੰ ਕੀ ਕਹਿੰਦੇ ਨੇ ਕਿ ਬਹੁਤ ਹੀ ਖਤਰਨਾਕ ਕੋਈ ਆਫੈਂਸ ਕੀਤਾ ਹੈ ਨਾ, ਜਿਵੇਂ ਕਿਸੇ ਨੇ ਪੂਰੀ ਫੈਮਿਲੀ ਨੂੰ ਹੀ ਮਾਰਤਾ ਜਾਂ ਕੋਈ ਬਹੁਤ ਜ਼ਿਆਦਾ ਗਲਤ ਤਰੀਕੇ ਦੇ ਨਾਲ ਕੋਈ ਰੇਅਰੈਸਟ ਆਫ ਰੇਅਰ ਬਹੁਤ ਰੇਅਰ ਕੇਸਿਸ ਦੇ ਵਿੱਚ ਫਾਂਸੀ ਦੀ ਸਜ਼ਾ ਹੁੰਦੀ ਹੈ ਤੇ ਜਰਨਲੀ ਜਿਹੜੀ ਹੈਗੀ ਉਮਰ ਕੈਦ ਦੀ ਹੀ ਸਜ਼ਾ ਹੁੰਦੀ ਹੈ। ਉਮਰ ਕੈਦ ਦੇ ਵਿੱਚ ਫਿਰ ਕੁਝ ਸਾਲ ਹੁੰਦੇ ਨੇ ਕਿ ਉਮਰ ਕੈਦ ਦੇ ਵਿੱਚ ਵੀ ਇਹ ਆਂਦਾ, ਇੱਕ ਤੇ ਇਹ ਕਿਹਾ ਗਿਆ ਜਿੰਨੇ ਚਿਰ ਉਹਦੀ ਡੈਥ ਨਹੀਂ ਹੁੰਦੀ ਇੱਥੋਂ ਤੱਕ ਆਪਾਂ ਸੋਚਦੇ ਉਮਰ ਹੀ ਉੱਥੇ ਬਤਾਉਣੀ ਕਈਆਂ ਦੇ ਹੁੰਦਾ ਕਿ 10 ਸਾਲ ਦਾ ਹੁੰਦਾ, ਇੰਨੇ ਸਾਲ ਦਾ ਹੁੰਦਾ, ਉਸ ਤੋਂ ਬਾਅਦ ਉਹ ਆਪਣੀ ਜ਼ਿੰਦਗੀ ਜੀ ਸਕਦਾ। ਇਹਦੇ ਵਿੱਚ ਕਿਉਂਕਿ ਬਹੁਤ ਸਾਰੇ ਸੁਣਨ ਵਾਲਿਆਂ ਨੂੰ ਸ਼ਾਇਦ ਇਸ ਦਾ ਨਹੀਂ ਇਲਮ ਹੋਏਗਾ। ਉਮਰ ਕੈਦ ਦਾ ਮਤਲਬ ਐਸੇ ਹੁੰਦਾ ਕਿ ਪੂਰੀ ਉਮਰ ਜਦੋਂ ਤੱਕ ਡੈਥ ਨਹੀਂ ਹੁੰਦੀ, ਪਰ ਹਰ ਵਾਰੀ ਜਿਹੜੀਆਂ ਸਰਕਾਰਾਂ ਨੇ ਹਰ ਸਟੇਟ ਦੀ ਜਿਹੜੀ ਗਵਰਨਮੈਂਟ ਹੈ ਇੱਕ ਪ੍ਰੀ ਮੈਚੁਰ ਰਿਲੀਜ਼ ਦੀ ਪਾਲਿਸੀ ਲੈ ਕੇ ਆਉਂਦੀ ਹੈ। ਆਪਣੇ ਪੰਜਾਬ ਦੇ ਵਿੱਚ ਵੀ ਪ੍ਰੀ ਮੈਚੁਰ ਰਿਲੀਜ਼ ਪਾਲਿਸੀ ਬਣੀ ਹੋਈ ਹੈ। ਉੱਥੇ ਉਹਨਾਂ ਦੀਆਂ ਟਰਮਸ ਐਂਡ ਕੰਡੀਸ਼ਨਸ ਨੇ ਕਿ ਜੇ ਉਹ ਬੰਦਾ ਜਿਵੇਂ ਉਹਨੂੰ 12 ਸਾਲ ਹੋ ਗਏ ਜਾਂ 14 ਸਾਲ ਹੋ ਗਏ ਜੇਲ੍ਹ ਦੇ ਵਿੱਚ ਉਮਰ ਕੈਦ ਵਾਲੇ ਨੂੰ, ਤੇ ਉਹਦਾ ਜੇਲ੍ਹ ਦੇ ਵਿੱਚ ਉਹਦਾ ਆਚਰਣ ਅੱਛਾ ਰਿਹਾ, ਉਹਦਾ ਕਰੈਕਟਰ ਪੂਰਾ ਠੀਕ ਰਿਹਾ, ਉਹਨੇ ਕੋਈ ਉੱਥੇ ਵਾਇਲੈਂਸ ਨਹੀਂ ਕੀਤੀ, ਜੇਲ੍ਹ ਸੁਪਰਡੈਂਟ ਆਪਣੀ ਪੋਜ਼ਿਟਿਵ ਰਿਪੋਰਟ ਦੇ ਦੇ ਕਿ ਹਾਂ ਇਹ ਪ੍ਰੀ ਮੈਚੁਰ ਰਿਲੀਜ਼ ਹੋ ਸਕਦੀ ਹੈ। ਪ੍ਰੀ ਮੈਚੁਰ ਮਤਲਬ ਸਮੇਂ ਤੋਂ ਪਹਿਲਾਂ ਉਹਨੂੰ ਉਹਦੀ ਰਿਹਾਈ ਹੋ ਸਕਦੀ ਹੈ। ਅਬੇ ਇਹ ਦੇਖਿਆ ਜਾਂਦਾ ਕਿ ਸ਼ਾਇਦ ਸਿਚੁਏਸ਼ਨ ਐਸੀ ਬਣ ਗਈ ਸੀ ਕਿ ਉਹ ਤੋਂ ਕਤਲ ਹੋ ਗਿਆ ਜਾਂ ਕਈ ਵਾਰ ਉਹ ਇਸ ਤਰੀਕੇ ਦੀ ਸਿਚੁਏਸ਼ਨ ਬਣ ਜਾਂਦੀ, ਪਰ ਉਹ ਇਨਸਾਨ ਕਈ ਵਾਰ ਬੜਾ ਸ਼ਾਂਤ ਹੁੰਦਾ ਤਾਂ ਉਸ ਤਰੀਕੇ ਦਾ ਐਸੇ ਕੇਸ ਦੇ ਵਿੱਚ ਤੁਸੀਂ ਯਾਨੀ ਕਹਿੰਦੇ ਕਿ ਉਹ ਫਿਰ ਡੀਸੀ ਸਾਹਿਬ ਤੋਂ ਰਿਪੋਰਟ ਲੈਂਦੇ ਨੇ, ਐਸਐਸਪੀ ਸਾਹਿਬ ਤੋਂ ਰਿਪੋਰਟ ਲੈਂਦੇ ਨੇ, ਏਡੀਜੀਪੀ ਕੋਲ ਸਾਰਿਆਂ ਕੋਲੋਂ ਪੂਰੇ ਹਾਇਰ ਅਫੀਸ਼ੀਅਲਸ ਕੋਲੋਂ ਰਿਪੋਰਟ ਲੈ ਕੇ ਉਹਦੀ ਫਿਰ ਉਹਨੂੰ ਪ੍ਰੀ ਮੈਚੁਰ ਰਿਲੀਜ਼ ਕਰ ਦਿੰਦੇ ਨੇ ਉਹਦੀ। ਜੀ ਜੀ ਬਹੁਤ ਬਹੁਤ ਸ਼ੁਕਰੀਆ ਭੈਣ ਜੀ, ਤੁਸੀਂ ਐਸੀਆਂ ਕੀਮਤੀ ਜਾਣਕਾਰੀਆਂ ਦਿੱਤੀਆਂ ਨੇ ਇਸ ਕਿਉਂਕਿ ਅਪਰਾਧ ਜਗਤ ਦੇ ਵਿੱਚ ਤਾਂ ਬਹੁਤ ਸਾਰੇ ਇਸ ਤਰ੍ਹਾਂ ਦੇ ਕੇਸ ਨੇ ਜਿਨ੍ਹਾਂ ਬਾਰੇ ਮਤਲਬ ਤੁਸੀਂ ਜਾਣਦੇ ਰਹਿੰਦੇ ਹੋ ਕਿਸ ਤਰੀਕੇ ਦੇ ਨਾਲ ਪੇਚੀਦਗੀਆਂ ਹੁੰਦੀਆਂ ਨੇ। ਪਰ ਜਿਵੇਂ ਤੁਸੀਂ ਫ੍ਰੀ ਵਕੀਲ ਦੀ ਗੱਲ ਕੀਤੀ ਜਾਂ ਕਾਨੂੰਨੀ ਸਹਾਇਤਾ ਦੀ ਗੱਲ ਕੀਤੀ ਆ, ਤਾਂ ਆਪਾਂ ਫਿਰ ਇੱਕ ਵਾਰੀ ਦੁਬਾਰਾ ਕਵਾਂਗੇ ਕਿ ਸੁਣਨ ਵਾਲੇ ਸਰੋਤਿਆਂ ਨੂੰ ਆਪਾਂ ਨੰਬਰ ਦੱਸ ਦਈਏ ਕਿ ਆਪ ਜੀ ਦੇ ਨਾਲ ਅਗਰ ਕਿਸੇ ਵੀ ਤਰੀਕੇ ਦੀ ਕਾਨੂੰਨੀ ਸਹਾਇਤਾ ਲੈਣੀ ਹੋਵੇ ਤਾਂ ਕਿਹੜੇ ਨੰਬਰਾਂ ਦੇ ਨਾਲ ਸੰਪਰਕ ਕਰ ਸਕਦੇ ਹੋ। ਤੇ ਸਰੋਤੇ ਆਪਣਾ ਟੈਲੀਫੋਨ ਜਾਂ ਆਪਣੇ ਕਾਪੀ ਪੈਨ ਤੇ ਉਹ ਲਿਖ ਸਕਦੇ ਨੇ ਨੰਬਰ। ਅਗਰ ਦੁਬਾਰਾ ਜ਼ਰੂਰਤ ਹੋਵੇ ਸਾਨੂੰ ਤੁਸੀਂ ਕੱਲ ਨੂੰ ਜਾਂ ਪਰਸੋਂ ਨੂੰ ਕਦੋਂ ਵੀ ਸਾਡੇ ਕੋਲ ਨੰਬਰ ਲੈ ਸਕਦੇ ਹੋ, ਅਸੀਂ ਦੁਬਾਰਾ ਵੀ ਨੰਬਰ ਤੁਹਾਨੂੰ ਦੇ ਸਕਦੇ ਹਾਂ ਅਗਰ ਜ਼ਰੂਰਤ ਹੈ। ਤੁਸੀਂ ਜ਼ਰੂਰ ਇੱਕ ਵਾਰੀ ਦੱਸ ਦਿਓ ਜੀ। ਸਾਡਾ ਟੋਲ ਫ੍ਰੀ ਨੰਬਰ ਹੈਗਾ 1968, ਇਹ ਆਲ ਓਵਰ ਪੰਜਾਬ ਚੱਲ ਰਿਹਾ ਹੈ। ਤੇ ਜਲੰਧਰ ਦੇ ਵਿੱਚ ਜੇ ਕਿਸੇ ਨੇ ਹੈਲਪ ਲੈਣੀ ਹੈ ਤਾਂ ਸਾਡਾ ਨੰਬਰ ਲੈਂਡਲਾਈਨ ਨੰਬਰ ਹੈਗਾ 0181 22 35 775 ਜੀ, ਇਸ ਨੰਬਰ ਤੇ ਕਾਲ ਕੀਤੀ ਜਾ ਸਕਦੀ ਜੀ। ਤਾਂ ਬਹੁਤ ਬਹੁਤ ਸ਼ੁਕਰੀਆ ਜੀ ਗਗਨਦੀਪ ਜੀ, ਤੁਸੀਂ ਪ੍ਰੋਗਰਾਮ ਦੇ ਵਿੱਚ ਆਏ ਤੇ
ਸਾਨੂੰ ਇਹ ਜਾਣਕਾਰੀਆਂ ਦਿੱਤੀਆਂ ਨੇ ਤੇ ਆਪਣਾ ਸਮਾਂ ਦਿੱਤਾ। ਬਹੁਤ ਬਹੁਤ ਸ਼ੁਕਰੀਆ ਜੀ। ਥੈਂਕ ਯੂ ਜੀ। ਜੀ ਤਾਂ ਪਿਆਰੇ ਸਰੋਤਿਓ, ਇਹ ਸਨ ਡਾਕਟਰ ਗਗਨਦੀਪ ਜੀ, ਜਿਹੜੇ ਕਿ ਚੀਫ ਜੁਡੀਸ਼ੀਅਲ ਮੈਜਿਸਟਰੇਟ ਕੰਮ ਸਕੱਤਰ ਨੇ ਜ਼ਿਲ੍ਹਾ ਕਾਨੂੰਨੀ ਸੇਵਾ ਅਥਾਰਟੀ ਜਲੰਧਰ ਦੇ। ਤਾਂ ਜਿਹੜੇ ਕਿ ਜੋ ਜ਼ਰੂਰਤਮੰਦ ਨੇ ਉਹਨਾਂ ਦੀ ਮਦਦ ਦੇ ਲਈ ਸਦਾ ਉੱਥੇ ਮੌਜੂਦ ਨੇ। ਤੁਸੀਂ ਟੈਲੀਫੋਨ ਵੀ ਲਾ ਸਕਦੇ ਹੋ, ਉੱਥੇ ਜਾ ਕੇ ਵੀ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ। ਤਾਂ ਪ੍ਰੋਗਰਾਮ ਨੂੰ ਆਪਾਂ ਜਾਰੀ ਰੱਖਾਂਗੇ ਤੇ ਆਪਾਂ ਇੱਕ ਸ਼ਬਦ ਸਰਵਣ ਕਰਨੇ ਆ ਤੇ ਫਿਰ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਵਾਂਗੇ ਇਸ ਸ਼ਬਦ ਤੋਂ ਬਾਅਦ।